ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ ਗੁਰੂਸਰ ਖੁੱਡੇ ਵਾਲੇ, ਜੋ ਸਿੱਖ ਕੌਮ ਦੇ ਮਹਾਨ ਵਿਦਵਾਨ ਹਨ, ਉਹਨਾਂ ਦੇ ਨਾਲ ਅੱਜ ਮੌਜੂਦਾ ਸਥਿਤੀ 'ਤੇ ਕੁਝ ਵਿਚਾਰਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਜੋ ਅਗਮ ਬਾਣੀ TV ਹੈ, ਉਸ YouTube ਚੈਨਲ 'ਤੇ ਇਹ ਸਾਡੀ ਅੱਜ ਪਹਿਲੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਰੰਭਤਾ ਹੋਈ ਹੈ। ਜੋ ਇੰਟਰਵਿਊ ਕਰਨ ਲੱਗੇ ਹਾਂ, ਵਿਚਾਰ ਕਰਨ ਲੱਗੇ ਹਾਂ, ਜੋ ਸੰਤ ਮਹਾਰਾਜ ਦਾ ਬਹੁਤ ਸਾਰਾ ਆਪਣਾ ਨਿੱਜੀ ਤਜਰਬਾ ਹੈ ਔਰ ਮਹਾਰਾਜ ਨੇ ਬਹੁਤ ਵਿੱਦਿਆ ਪੜ੍ਹੀ ਹੈ ਔਰ ਵਿੱਦਿਆ ਦੇ ਨਾਲ ਕੇਵਲ ਕਈ ਵਾਰ ਵਿੱਦਿਆ ਪੜ੍ਹਨ ਤੱਕ ਸੀਮਿਤ ਹੁੰਦੀ ਹੈ। ਉਹਨਾਂ ਦਾ ਨਿੱਜੀ ਆਪਣਾ ਪ੍ਰੈਕਟੀਕਲ ਵੀ ਹੈ ਜੀਵਨ ਦਾ। ਉਹ ਹਰ ਚੀਜ਼ ਨੂੰ ਬਹੁਤ ਬਖੂਬੀ ਦੇ ਨਾਲ ਜਾਣਦੇ ਆ ਔਰ ਜਿੱਥੇ ਵਿੱਦਿਆ ਦੇ ਨਾਲ ਆਯੁਰਵੈਦਿਕ ਦੀ ਵਿੱਦਿਆ, ਸੰਗੀਤ ਦਾ, ਹੋਰ ਬਹੁਤ ਸਾਰਾ ਜੋ ਸਮਾਜਿਕ ਗਤੀਵਿਧੀਆਂ, ਉਹਨਾਂ ਬਾਰੇ ਉਹ ਬਹੁਤ ਬਰੀਕੀ ਦੇ ਨਾਲ ਜਾਣਕਾਰੀ ਰੱਖਦੇ ਆ। ਮੈਂ ਸਭ ਤੋਂ ਪਹਿਲਾਂ ਸੰਤ ਮਹਾਰਾਜ ਨੂੰ ਜੀ ਆਇਆਂ, ਬਹੁਤ ਬਹੁਤ ਮਹਾਰਾਜ ਆਪ ਜੀ ਦਾ ਧੰਨਵਾਦ, ਆਪ ਜੀ ਨੇ ਸਮਾਂ ਦਿੱਤਾ। ਜੋ ਅੱਜ ਦੇ ਸਮੇਂ ਦੇ ਵਿੱਚ ਜੋ ਸਥਿਤੀ ਚੱਲ ਰਹੀ ਹੈ ਇੱਕ ਪੂਰੇ ਵਿਸ਼ਵ ਦੇ ਵਿੱਚ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇੱਕ ਸ਼ਹਿਰ ਰੁਕ ਜਾਵੇ ਅਤੇ ਸਾਰਿਆਂ ਨੂੰ ਬੜੀ ਵੱਡੀ ਚਿੰਤਾ ਪੈ ਜਾਂਦੀ ਆ, ਦੇਸ਼ ਰੁਕ ਜਾਵੇ। ਔਰ ਜਦੋਂ ਸਾਰੀ ਦੁਨੀਆ ਇੱਕਦਮ ਰੁਕ ਜਾਵੇ, ਫਲਾਈਟਾਂ ਰੁਕ ਜਾਣ, ਟ੍ਰੇਨਾਂ ਰੁਕ ਜਾਣ, ਬੱਸਾਂ ਰੁਕ ਜਾਣ, ਗੱਡੀਆਂ ਰੁਕ ਜਾਣ, ਅਤੇ ਉਹਦੇ ਨਾਲ ਆਮ ਜਿਹੜਾ ਜਨ ਜੀਵਨ ਹੈ ਉਹਦੇ 'ਤੇ ਬੜਾ ਸਾਰਾ ਪ੍ਰਭਾਵ ਪੈਂਦਾ, ਬੜਾ ਸਾਰਾ ਅਸਰ ਹੁੰਦਾ। ਅਤੇ ਅੱਜ ਜਿਹੜੀ ਹਾਲਤ ਸਾਨੂੰ ਵੇਖਣ ਨੂੰ ਮਿਲ ਰਹੀ ਆ ਸਾਰਿਆਂ ਨੂੰ ਪੂਰੇ ਸੰਸਾਰ ਦੇ ਅੰਦਰ, ਇਸ ਸਾਰੇ ਕਾਸੇ ਦੇ ਪਿੱਛੇ ਮਤਲਬ ਜੋ ਮੌਜੂਦਾ ਹਾਲਾਤ ਹੋਈ ਆ ਕਰੋਨਾ ਵਾਇਰਸ ਦੇ ਕਰਕੇ, ਅਤੇ ਇਹਦੇ ਪਿੱਛੇ ਆਪ ਜੀ ਕੀ ਸਮਝਦੇ ਹੋ? ਵਾਕਈ ਇਹ ਇੱਕ ਇਸ ਵਾਇਰਸ ਦੇ ਕਰਕੇ ਹੋਇਆ ਜਾਂ ਕੁਦਰਤ ਦੀ ਇਹ ਬੇਰੁਖੀ ਆ ਸਾਡੇ ਲਈ, ਵੀ ਕੁਦਰਤ ਨੇ ਸਾਨੂੰ ਕੁਝ ਨਾ ਕੁਝ ਸਬਕ ਸਿਖਾਇਆ ਵੀ ਭਾਈ ਤੁਸੀਂ ਕੀ ਕਰ ਰਹੇ ਹੋ, ਕਿਸ ਪਾਸੇ ਤੁਰੇ ਹੋਏ ਹੋ? ਅਤੇ ਇਹ ਕੁਦਰਤ ਦੀ ਬੇਰੁਖੀ ਆ ਅਤੇ ਜਾਂ ਇਹ ਜਿਹੜਾ ਵਾਇਰਸ ਆ, ਇਹ ਵਾਇਰਸ ਦੇ ਕਰਕੇ ਸਾਰਾ ਕੁਝ ਸੰਸਾਰ 'ਚ ਵਾਪਰ ਰਿਹਾ? ਅਜੋਕੇ ਸਮੇਂ ਵਿੱਚ ਜਿਹੜੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ 2020 ਵਿੱਚ ਦੀ ਜੀ, ਮੇਰੀ ਜ਼ਿੰਦਗੀ ਦਾ ਤਕਰੀਬਨ 74ਵਾਂ ਸਾਲ ਜਾ ਰਿਹਾ ਜੀ। ਇਸ ਤੋਂ ਪਹਿਲਾਂ 1920 ਵਿੱਚ ਪਲੇਗ ਵਰਗੀ ਬਿਮਾਰੀ ਆਈ, ਪਰ ਉਹ ਕੁਝ ਸੀਮਿਤ ਖੇਤਰ ਵਿੱਚ ਆਈ ਜੀ। ਬਹੁਤ ਲੋਕਾਂ ਦੀ ਜਾਨ ਗਈ, ਪਰੰਤੂ ਉਹ ਸਾਰੇ ਦੇਸ਼ ਵਿੱਚ ਨਹੀਂ ਸੀ, ਸਾਰੇ ਵਰਲਡ ਵਿੱਚ ਨਹੀਂ ਸੀ ਜੀ। ਪਰ ਇਹ ਜਿਹੜਾ ਕਰੋਨਾ ਵਾਇਰਸ ਕੰਮ, ਕਾਰਖਾਨਿਆਂ ਦੇ ਕੰਮ, ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਠਾਕਰ ਦੁਆਰਿਆਂ ਦੀ ਜਿਹੜੀ ਧਾਰਮਿਕ ਗਤੀਵਿਧੀਆਂ ਸਾਰੀਆਂ ਸਟਾਪ ਹੋ ਕੇ ਰਹਿ ਗਈਆਂ। ਮੈਂ ਸਮਝਦਾ ਵੀ ਪ੍ਰਕਿਰਤੀ ਦਾ ਇੱਕ ਬੜਾ ਵੱਡਾ ਰੋਲ ਹੈ ਮਨੁੱਖ ਦੇ ਜੀਵਨ ਵਿੱਚ। ਇੱਕ ਅੰਗਰੇਜ਼ੀ ਫਿਲਾਸਫਰ ਦਾ ਵਿਚਾਰ ਸੀਗਾ ਕਿ ਨੇਚਰ ਇਜ਼ ਦੀ ਮਦਰ ਆਫ ਚਾਈਲਡ। ਜਿਹੜੀ ਕੁਦਰਤ ਹੈ ਇਹ ਹਰ ਆਦਮੀ ਦੀ ਮਦਰ ਹੈ ਅਸਲ ਵਿੱਚ। ਇਹਦੇ ਵਿੱਚ ਅਸੀਂ ਪਲਦੇ ਹਾਂ, ਸਾਡਾ ਜੀਵਨ ਇਹਦੇ 'ਤੇ ਚੱਲਦਾ ਹੈ, ਨਿਰਵਾਹ ਲਈ ਸਾਨੂੰ ਖਾਣਾ, ਦੁੱਧ, ਹਰ ਚੀਜ਼ ਮਿਲਦੀ ਹੈ। ਪਰੰਤੂ ਇਸ ਜੀਵ ਨੇ ਨੇਚਰ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਔਰ ਉਹ ਖਿਲਵਾੜ ਜਿਹੜਾ ਹੈ ਇਸ ਕਦਰ ਤੱਕ ਚੱਲ ਗਿਆ। ਮੈਂ ਸਮਝਦਾ ਇਹ 2019 ਦਾ 90 ਕੋਵਿਡ ਇੱਕ ਐਸਾ ਮਹਾਂਮਾਰੀ ਭਿਆਨਕ ਰੂਪ ਵਿੱਚ ਆਈ ਹੈ ਜਿਹਦੇ ਨਾਲ ਸੰਸਾਰ ਭਰ ਦੇ ਜਿਹੜੇ ਲੋਕ ਹੈ ਉਹ ਪ੍ਰਭਾਵਿਤ ਹੋਏ ਨੇ ਜੀ। ਬੱਸ ਵਿੱਚ ਦੇਖਿਆ ਜਾਏ ਤਾਂ ਇਹਦੋਂ ਵੀ ਪਹਿਲਾਂ ਕਈ ਮਹਾਂਮਾਰੀਆਂ, ਬਿਮਾਰੀਆਂ ਫੈਲੀਆਂ ਨੇ, ਪਰੰਤੂ ਉਹਨਾਂ ਸਾਰਿਆਂ ਨਾਲੋਂ ਇਹ ਭਿਆਨਕ ਬਿਮਾਰੀ ਹੈ ਜਿਹਨੇ ਮਨੁੱਖਤਾ ਨੂੰ ਇੱਕ ਕਿਸਮ ਦਾ ਆਪਣੇ ਪ੍ਰਭਾਵ 'ਚ ਲੈ ਕੇ ਅਤੇ ਬਲਹੀਣ ਕਰ ਦਿੱਤਾ ਸਾਰੇ ਪਾਸੇ। ਜਿੱਥੇ ਸਾਇੰਟਿਸਟ ਜੀ, ਸੰਤ ਲੋਕ, ਪ੍ਰੀਸਟ ਲੋਕ, ਜਿਹੜੇ ਥਿੰਕਰ ਨੇ, ਹਿਸਟੋਰੀਅਨ ਨੇ, ਮੈਥਮੈਟੀਸ਼ੀਅਨ ਨੇ, ਐਸਟਰੋਲੋਜਿਸਟ ਨੇ, ਜਿਤਨੇ ਨੇ ਸਾਰੇ ਉਹ ਵਿਗਿਆਨੀ, ਇਹਦੇ ਸਾਰੇ ਇਸ ਖੇਤਰ 'ਚ ਪ੍ਰਭਾਵਿਤ ਹੋ ਗਏ ਨੇ। ਬੱਸ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਪ੍ਰਕਿਰਤੀ ਦੀ ਬਾਰੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਹੈ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀਵਾਨ। ਜੀ।
ਹਿੰਦੂ ਮਤ ਨੂੰ ਜਦੋਂ ਦੇਖਦੇ ਉਹਨਾਂ ਨੇ 3 ਦੇਵਤਿਆਂ ਨੂੰ ਮੰਨਿਆ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਵੀ ਇੱਕ ਪੈਦਾ ਕਰਦਾ, ਇੱਕ ਉਹਨਾਂ ਨੂੰ ਪੈਦਾ ਕੀਤਿਆਂ ਦੀ ਪਾਲਣ ਪੋਸ਼ਣ ਕਰਦਾ, ਦੂਆ ਉਹਦਾ, ਤੀਆ ਸੰਘਾਰ ਕਰਦਾ ਜੀ। ਜਿਹੜਾ ਅੰਗਰੇਜ਼ੀ ਦਾ ਗੌਡ ਸ਼ਬਦ ਹੈ, ਗੌਡ ਦਾ ਵੀ ਅਰਥ ਇਹੀ ਹੈ, ਜੀ ਦਾ ਜਨਰੇਟ, O ਦਾ ਆਪਰੇਟ, ਔਰ D ਦਾ ਡਿਪਾਰਚਰ, ਡੈਥ। ਯਾਨੀ ਉਹਨਾਂ ਨੇ ਵੀ ਮੰਨਿਆ ਵੀ 3 ਸ਼ਕਤੀਆਂ ਜਿਹੜੀਆਂ ਨਾ ਉਹ ਏਕਾ ਮਾਈ ਯਾਨੀ ਇੱਕ ਮਹਾ ਮਾਇਆ ਵਿੱਚ ਆਈਆਂ ਨੇ ਜੀ। ਉਹਨਾਂ 3 ਸ਼ਕਤੀਆਂ ਵਿੱਚ ਜਿਹੜੀ ਪ੍ਰਕਿਰਤੀ ਨੇ ਇਸ ਸੰਸਾਰ ਨੂੰ, ਜੀਵਾਂ ਨੂੰ ਪੈਦਾ ਕਰਨ ਵਾਸਤੇ ਉਹ 5 ਤੱਤ ਲਿਆਏ ਨੇ: ਅਗਨੀ, ਧਰਤੀ, ਪਾਣੀ, ਹਵਾ ਤੇ ਆਕਾਸ਼ ਜੀ। ਬਸ ਵਿੱਚ ਮਨੁੱਖੀ ਜੀਵਨ ਵਿੱਚ ਔਰ ਪ੍ਰਕਿਰਤੀ ਦੇ ਸਾਰੇ ਜੀਵਾਂ ਵਿੱਚ ਇਹ ਜਿਹੜੇ ਤੱਤ ਹੈ, ਇਹਨਾਂ ਦਾ ਬਹੁਤਾ ਰੋਲ ਹੈ ਜੀ। ਯਾਨੀ ਇਹਨਾਂ ਤੱਤਾਂ ਤੋਂ ਸ੍ਰਿਸ਼ਟੀ ਰਚੀ ਹੈ। ਗੁਰਬਾਣੀ ਕਹਿੰਦੀ 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ ਜੀ। ਔਰ ਇਹਨਾਂ 5 ਤੱਤਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦਾਂ 'ਚ ਇਹ ਕਿਹਾ ਸੀ ਵੀ ਇਹ ਤੱਤ ਸ਼ੁੱਧ ਚਾਹੀਦੇ, ਇਹਨਾਂ 'ਚ ਰਲਾ ਨਹੀਂ ਚਾਹੀਦਾ, ਇਹਨਾਂ ਵਿੱਚ ਕੋਈ ਦੂਸ਼ਿਤ ਪਦਾਰਥ ਨਹੀਂ ਚਾਹੀਦੇ, ਕਿਉਂਕਿ ਇਹ ਤੱਤ ਸਾਡੇ ਮਨੁੱਖਤਾ ਦੇ ਜੀਵਾਂ ਦੇ ਪ੍ਰਕਿਰਤੀ ਦੇ ਆਧਾਰ ਹਨ ਜੀ। ਪਰੰਤੂ ਅੱਜ ਦੇ ਸਮੇਂ ਵਿੱਚ ਜਿਹੜੀ ਮਨੁੱਖਤਾ ਦੀ ਗਿਣਤੀ ਵੱਧ ਗਈ ਹੈ, ਸਾਰੇ ਵਰਲਡ ਦੀ ਗਿਣਤੀ ਇਸ ਵੇਲੇ ਕੋਈ 7.5 ਅਰਬ ਤੋਂ ਉੱਪਰ ਹੈ ਜੀ। ਕਦੇ ਸਮਾਂ ਸੀ ਜਿਹੜੀ ਮਨੁੱਖੀ ਪੈਦਾਇਸ਼ ਥੋੜ੍ਹੀ ਸੀ, ਪਰ ਹੁਣ ਜ਼ਿਆਦਾ ਹੈ ਜੀ। ਧਰਤੀ ਦਾ ਸਾਰਾ ਹਿੱਸਾ ਜਿਹੜਾ ਸੀ ਉਹ ਦੂਸ਼ਿਤ ਹੋ ਗਿਆ ਜੀ। ਜਿਸ ਤਰ੍ਹਾਂ ਜਿਹੜੀ ਹਵਾ ਗੰਦੀ ਹੋ ਗਈ, ਕਾਰਖਾਨੇ ਦੇ ਧੂਏ, ਬਹੁਤ ਸਾਰੇ ਤਾਂ ਬਲੇਮ ਕਰਦੇ ਆ ਵੀ ਜ਼ਿਮੀਂਦਾਰਾਂ ਦੇ ਧੂਆਂ, ਅੱਗ ਵਗੈਰਾ ਲਾਉਣ ਨਾਲ, ਪਰਾਲੀ ਸਾੜਨ ਉਹਦੇ ਨਾਲ ਹੁੰਦਾ। ਪਰੰਤੂ ਇਹ ਜਿਹੜਾ ਧੂਆਂ ਆ, ਇਹ ਹਾਰਡਲੀ ਮੇਰੇ ਖਿਆਲ 50 ਫੁੱਟ ਜਾਂ ਵੱਧ ਤੋਂ ਵੱਧ 100 ਫੁੱਟ ਜਾਂ 150 ਫੁੱਟ ਤੋਂ ਉੱਪਰ ਨਹੀਂ ਜਾਂਦਾ ਹੈ ਜੀ। ਇਹ ਭਾਰਾ ਹੁੰਦਾ ਹੈ ਔਰ 150 ਫੁੱਟ ਤੋਂ ਬਾਅਦ ਜਾਣ ਤੋਂ ਬਾਅਦ ਸਾਰਾ ਥੱਲੇ ਬੈਠ ਜਾਂਦਾ ਜੀ। ਪਰੰਤੂ ਜਿਹੜਾ ਚਿਮਨੀ ਦਾ 150 ਫੁੱਟ ਤੋਂ ਚਿਮਨੀ ਦੇ ਨਾਲ ਉੱਪਰ ਜਾ ਰਿਹਾ ਜੀ, ਉਹਦੇ 'ਚ ਦੂਸ਼ਿਤ ਤੱਤ ਆ ਰਹੇ ਨੇ। ਤੁਸੀਂ ਵੇਖਿਆ ਹੋਣਾ ਵੀ ਘਰ ਦੀ ਰਸੋਈ ਗੈਸ ਤੋਂ ਲੈ ਕਰਕੇ ਤੇ ਵੱਡੇ ਵੱਡੇ ਜਿਹੜੀਆਂ ਮਿੱਲਾਂ, ਫਰਨਿਸ਼ ਚੱਲਦੀਆਂ ਨੇ, ਉਹਨਾਂ 'ਚ ਸਾਰੀਆਂ 'ਚ ਗੈਸ, ਕੋਲਾ, ਬਾਲਣ ਫੂਕਿਆ ਜਾਂਦਾ ਜੀ। ਉਹਨਾਂ 'ਚ ਜਿਹੜੀ ਪੈਦਾ ਹੋਣ ਵਾਲੀ ਗੈਸ ਹੈ ਜੀ, ਉਹਨੇ ਸਾਰਾ ਸਾਡਾ ਜਿਹੜੀ ਹਵਾ ਆ, ਜਿਹਦੇ ਸਾਡਾ ਜੀਵਨ ਹੈ, ਉਹਨੂੰ ਦੂਸ਼ਿਤ ਕਰਤਾ। ਹਵਾ ਲੈਣੀ ਵੀ ਔਖੀ ਆ, ਸਾਹ ਲੈਣਾ ਵੀ ਔਖਾ। ਹਾਂਜੀ, ਪ੍ਰਦੂਸ਼ਣ ਹੋ ਗਿਆ ਜੀ। ਨੰਬਰ 2 ਜਿਹੜਾ ਪਾਣੀ ਹੈ, ਧਰਤੀ ਦੇ ਉੱਤੇ ਅਸੀਂ ਇਤਨਾ ਕੁ ਗੰਦ ਸੁੱਟ ਦਿੱਤਾ, ਇਤਨਾ ਕੁ ਧਰਤੀ ਨੂੰ ਅਸੀਂ ਗੰਦਾ ਕਰਤਾ ਵੀ ਧਰਤੀ ਦੇ ਵਿਚਲਾ 300 ਫੁੱਟ ਤੱਕ ਦਾ ਪਾਣੀ ਜਿਹੜਾ ਉਹ ਵੀ ਦੂਸ਼ਿਤ ਹੋ ਗਿਆ ਜੀ। ਗੁਰੂ ਨਾਨਕ ਦੇਵ ਜੀ ਦਾ ਬਚਨ ਸੀ, ਪੌਣ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਾ ਜੀ। ਸ਼ਾਸਤਰ ਵੀ ਮੰਨਦਾ ਹੈ ਵੀ ਪਹਿਲਾਂ ਹਵਾ ਪੈਦਾ ਹੋਈ ਹੈ, ਹਵਾ ਤੋਂ ਬਾਅਦ ਫਿਰ ਪਾਣੀ ਪੈਦਾ ਹੋਇਆ, ਪਾਣੀ ਤੋਂ ਬਾਅਦ ਫਿਰ ਇਹ ਸਾਰਾ ਸੰਸਾਰ ਰਚ ਗਿਆ। ਗੁਰਬਾਣੀ ਦਾ ਸਿਧਾਂਤ ਵੀ ਕਹਿੰਦਾ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ 3 ਭਵਨ ਸਾਜਿਆ, ਘਟ ਘਟ ਜੋਤ ਸਮੋਏ। ਯਾਨੀ ਅਸੀਂ ਇਹਨਾਂ ਤੱਤਾਂ ਨੂੰ, ਧਰਤੀ ਨੂੰ, ਹਵਾ ਨੂੰ, ਪਾਣੀ ਨੂੰ ਇੰਨਾ ਕੁ ਦੂਸ਼ਿਤ ਕਰ ਲਿਆ ਜੀ ਵੀ ਸਾਡਾ ਜਿਹੜਾ ਜੀਵਨ ਹੈ ਨਾ ਉਹ ਵਿਗੜ ਗਿਆ, ਉਹਦੀ ਬਿਮਾਰੀਆਂ ਨੇ ਘੇਰ ਲਿਆ, ਸਰੀਰ ਦੀ ਸੱਤਾ ਘਟ ਗਈ, ਨਿੱਜੀ ਤਾਕਤ ਘਟ ਗਈ, ਸੋਚਣ ਸ਼ਕਤੀ ਦੇ ਫਰਕ ਪੈ ਗਿਆ। ਜਿਹੜੀਆਂ ਬਾਹਰੀ ਬਿਮਾਰੀਆਂ ਨੇ, ਵਾਇਰਸ ਜਿਹੜੇ ਨੇ, ਉਹਨਾਂ ਨੇ ਸਾਡੇ ਕਮਜ਼ੋਰ ਸਰੀਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜੀ। ਇੱਕ ਗਿਣਤੀ ਅਨੁਸਾਰ 5000 ਤੋਂ ਵੀ ਜ਼ਿਆਦਾ ਜਿਹੜੇ ਵਾਇਰਸ ਹੈ ਉਹ ਅਜੇ ਵੀ ਸਾਡੀ ਪ੍ਰਕਿਰਤੀ ਵਿੱਚ ਹੈ। ਅੱਛਾ ਜੀ। ਭਾਵੇਂ ਉਹ ਕਿਸੇ ਪਸ਼ੂ ਵਿੱਚ ਨੇ, ਕਿਸੇ ਫਲ ਵਿੱਚ ਨੇ, ਹਵਾ ਵਿੱਚ ਨੇ, ਪਾਣੀ ਵਿੱਚ ਨੇ, ਧਰਤੀ ਦੀ ਮਿੱਟੀ ਵਿੱਚ ਨੇ, ਜਾਂ ਆਕਾਸ਼ ਬ੍ਰਹਿਮੰਡ ਵਿੱਚ ਨੇ ਜੀ, ਹੈਗੇ ਨੇ ਜੀ। ਉਹਨਾਂ ਵਾਇਰਸਾਂ ਨੂੰ ਜਦੋਂ ਕਦੇ ਕਿਸੇ ਥਾਂ ਫਰਟੀਲਾਈਜ਼ ਹੋਣ ਦਾ ਸਮਾਂ ਮਿਲਦਾ ਜੀ, ਤਾਂ ਉਹ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਜੀ। ਉਹਨਾਂ ਦੀ ਅਣਹੋਂਦ ਨਹੀਂ ਹੈ। ਇਹ ਜਿਵੇਂ ਹੁਣ 90 ਕੋਵਿਡ ਬਾਰੇ ਇਹ ਸੀ ਵੀ ਚਾਈਨਾ ਵਿੱਚੋਂ ਚਮਗਿੱਦੜਾਂ ਤੋਂ ਫੈਲਿਆ। ਹਾਂ, ਬਹੁਤਿਆਂ ਦੀ ਇਹੀ ਹੈ ਵੀ ਇਹ ਚਾਈਨਾ ਦੇ ਵਿੱਚੋਂ ਹੀ। ਮੈਂ ਸਮਝਦਾ ਵੀ ਚਾਈਨਾ ਨੇ ਇਹ ਵਾਇਰਸ ਚਮਗਿੱਦੜ ਵਿੱਚ ਨਹੀਂ ਪਾਏ ਜੀ। ਚਮਗਿੱਦੜ ਵਿੱਚ ਵਾਇਰਸ ਹੈਗੇ ਨੇ, ਆਲਰੇਡੀ ਹੈਗੇ ਨੇ, ਪਰ ਉਹਨਾਂ ਨੂੰ ਜਦੋਂ ਉਹਨਾਂ ਵਾਇਰਸ ਵਾਲੇ ਚਮਗਿੱਦੜਾਂ ਨੂੰ ਕਿਸੇ ਨੇ ਸੂਪ ਬਣਾਇਆ, ਕਿਸੇ ਨੇ ਉਹਦਾ ਮੀਟ ਬਣਾਇਆ, ਕਿਸੇ ਨੇ ਉਹਨੂੰ ਮਨੁੱਖੀ ਘਟੀਆ ਖਿਆਲਾਂ ਦੇ ਅਨੁਸਾਰ ਜੀ
ਉਹਦੇ ਨਾਲ ਜਦੋਂ ਇਹ ਕੁਛ ਕੀਤਾ ਤਾਂ ਉਹਨਾਂ ਵਾਇਰਸਾਂ ਨੂੰ ਫੈਲਣ ਦਾ ਮੌਕਾ ਮਿਲ ਗਿਆ, ਫਰਟੀਲਾਈਜ਼ ਹੋਣ ਦਾ ਮੌਕਾ ਮਿਲ ਗਿਆ। ਜੀ 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 ਜਿਵੇਂ ਇਹ ਤੋਂ ਥੋੜ੍ਹਾ ਚਿਰ ਪਹਿਲਾਂ ਏਡਜ਼ ਦੀ ਬਿਮਾਰੀ ਆਈ ਸੀ। ਜੀ ਜੀ ਏਡਜ਼ ਦੀ ਬਿਮਾਰੀ ਮਨੁੱਖ ਦੀ ਗਲਤੀ ਦਾ ਕਾਰਨ ਸੀ। ਪਸ਼ੂਆਂ ਨਾਲ ਅਣਮਨੁੱਖੀ ਵਿਵਹਾਰ, ਬੰਦੇ ਨਾਲ ਅਣਮਨੁੱਖੀ ਵਿਵਹਾਰ, ਉਹਦੇ ਤੋਂ ਉਹ ਬਿਮਾਰੀ ਪੈਦਾ ਹੋਈ ਸੀ। ਚਲੋ ਮਨੁੱਖ ਨੂੰ ਸੂਝ ਆ ਗਈ, ਜਾਂ ਉਹਦੀ ਦਵਾਈ ਨਿਕਲ ਆਈ, ਜਾਂ ਉਹਦੇ ਵਿੱਚ ਆਦਮੀ ਨੇ ਕੰਟਰੋਲ ਕਰ ਲਿਆ, ਤਾਂ ਉਸ ਬਿਮਾਰੀ ਥੋੜ੍ਹਾ ਚਿਰ ਫੈਲ ਕੇ ਖਤਮ ਹੋ ਗਈ। ਇਸ ਤੋਂ ਪਹਿਲਾਂ ਸਵਾਈਨ ਫਲੂ ਵੀ ਆਇਆ ਸੀ। ਸਵਾਈਨ ਫਲੂ ਵੀ ਆਇਆ। ਫਲੂ ਵੀ। ਹਾਂਜੀ, ਇਹ ਜਿਹੜੀ ਬਿਮਾਰੀ ਹੈ ਜੀ ਕਰੋਨਾ ਜਿਹਨੂੰ ਅਸੀਂ ਕਹਿ ਰਹੇ ਹਾਂ, ਜਿਹਦਾ ਨਾਂ ਦਿੱਤਾ ਗਿਆ, ਇਹ ਬਿਮਾਰੀ ਦੇ ਜਿਹੜੇ ਵਾਇਰਸ ਹੈ ਉਹ ਵੀ ਪਹਿਲਾਂ ਹੈ ਸਨ, ਚਾਹੇ ਉਹ ਚਮਗਿੱਦੜ ਵਿੱਚ ਸੀ ਜੀ ਤੇ ਚਾਹੇ ਉਹ ਕਿਸੇ ਹੋਰ ਜੀਵ ਵਿੱਚ ਸੀ। ਜੀ ਜੀ ਪਰ ਜਦੋਂ ਇਸ ਮਨੁੱਖ ਨੇ ਉਸ ਦੂਸਰੇ ਨਾਲ ਕਰੋਨਾ ਵਾਇਰਸ ਵਾਲੇ ਜੀਵ ਨਾਲ ਸੰਪਰਕ ਕੀਤਾ, ਉਹਨੂੰ ਖਾਧਾ, ਉਹਦਾ ਸੂਪ ਬਣਾਇਆ, ਤਾਂ ਕੁਝ ਕੀਤਾ, ਜੀ ਉਹਨਾਂ ਨੂੰ ਫਰਟੀਲਾਈਜ਼ ਹੋਣ ਦਾ ਮੌਕਾ ਮਿਲ ਗਿਆ, ਉਹ ਬੋਡੀ 'ਚ ਪ੍ਰਵੇਸ਼ ਹੋ ਗਿਆ। ਪ੍ਰਵੇਸ਼ ਕਰ ਗਏ। ਜਿਵੇਂ ਇੱਕ ਮਿਰਗੀ ਦਾ ਰੋਗ ਹੈ, ਅਪਸਮਾਰ ਨੂੰ ਕਹਿੰਦੇ ਵੈਦਿਕ ਲੋਕ। ਜੀ ਉਹਦੇ ਵਿੱਚ ਦੋ ਤਰ੍ਹਾਂ ਦੀ ਮਿਰਗੀ ਹੈ, ਇੱਕ ਤਾਂ ਸੱਟ ਚੋਟ ਲੱਗਣ ਨਾਲ ਹੁੰਦੀ ਹੈ, ਇੱਕ ਜਿਹੜੀ ਹੈ ਉਹ ਕੀੜੇ ਤੋਂ ਪੈਦਾ ਹੁੰਦੀ ਹੈ। ਜੀ ਔਰ ਉਹ ਕੀੜਾ ਜਿਹੜਾ ਗੰਦੇ ਪਾਣੀ 'ਚ ਪੈਦਾ ਹੁੰਦਾ, ਫਿਰ ਉਹ ਸੂਰ ਦੇ ਮਾਸ ਵਿੱਚ ਜਾਂਦਾ। ਜਦੋਂ ਆਦਮੀ ਉਸ ਸੂਰ ਦੇ ਮਾਸ ਨੂੰ ਖਾਂਦਾ ਹੈ ਜੀ ਤੇ ਤੁਸੀਂ ਦੇਖੋ 135-40 ਸੈਂਟੀਗ੍ਰੇਡ ਤੇ ਉਹ ਮਾਸ ਰਿੰਨੇ, ਤਾਂ ਉਹ ਕੀੜਾ ਮਰਦਾ ਨਹੀਂ। ਅੱਛਾ ਜੀ। ਫਿਰ ਜਦੋਂ ਉਸ ਮਾਸ ਨੂੰ ਕੋਈ ਜੀਵ ਖਾਂਦਾ, ਬੰਦਾ ਖਾਂਦਾ, ਤੇ ਉਹ ਜਿਹੜਾ ਵਾਇਰਸ ਹੈ, ਕੀੜਾ ਆ, ਉਹ ਆਦਮੀ ਦੇ ਅੰਦਰ ਚਲਾ ਜਾਂਦਾ, ਬਜਾਏ ਮਿਹਦੇ ਵਿੱਚ ਜਾਣ ਦੇ ਉਹ ਬਰੇਨ ਨਾਲ ਨੂੰ ਜਾਂਦਾ। ਜੀ ਹਾਂਜੀ, ਤੇ ਮੈਂ ਜਦੋਂ ਇਹੋ ਜਿਹੀਆਂ ਗੱਲਾਂ ਨੂੰ ਪੜ੍ਹਦਾ ਜਾਂ ਸੋਚਦਾ, ਵਿਚਾਰਦਾ, ਮੈਂ ਪੁਰਾਣੇ ਗ੍ਰੰਥਾਂ ਨੂੰ ਦੇਖ ਕੇ, ਜੀ ਤਾਂ ਮੈਂ ਇਹ ਸੋਚਦਾ ਵੀ ਇਹ ਜਿਹੜਾ ਵਾਇਰਸ ਹੈ, ਇਹਦਾ ਥਾਂ ਮਿਹਦਾ ਨਹੀਂ ਹੈ। ਜੀ ਇਹਦਾ ਵਾਇਰਸ ਜਾਂ ਗਲੇ 'ਚ ਇਹ ਆਪਣਾ ਇਫੈਕਟ ਕਰਦਾ, ਗਲੇ 'ਚ ਰਹਿੰਦਾ। ਜੀ ਗਲੇ ਵਿੱਚੋਂ ਬਜਾਏ ਮਿਹਦੇ ਦੇ ਜਾਣ ਦੇ, ਬਜਾਏ ਉਹ ਦੂਸਰੇ ਪਾਸੇ ਜਾਣ ਦੇ, ਸਾਹ ਵਾਲੀ ਨਾਲੀ ਜਾ ਕੇ ਫੇਫੜਿਆਂ 'ਚ ਜਾਂਦਾ। ਠੀਕ ਹੈ। ਇਸ ਤੋਂ ਪਹਿਲਾਂ ਕੁਝ ਰੋਗ ਐਸੇ ਆਏ ਨੇ, ਜਿਵੇਂ ਅਸੀਂ ਬਲਗਮ, ਖਾਂਸੀ, ਨਿੱਛ, ਹਲਕਾ ਬੁਖਾਰ ਔਰ ਛਾਤੀ ਦਾ ਜਾਮ ਹੋਣਾ, ਜੀ 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 ਜਾਂ ਅਸੀਂ ਉਹਨੂੰ ਇਉਂ ਕਹਿ ਲੈਂਦੇ ਸੀ ਵੀ ਇਹਨੂੰ ਨਮੂਨੀਆ ਹੋ ਗਿਆ। ਨਮੂਨੀਆ ਹੋ ਗਿਆ। ਸਹੀ। ਫਿਰ ਅਸੀਂ ਉਹਨੂੰ ਕਹਿੰਦੇ ਸੀ ਡਬਲ ਨਮੂਨੀਆ ਹੋ ਗਿਆ। ਮਤਲਬ ਵੈਦਿਕ ਵਿੱਚ ਸਾਧਿਆ, ਅਸਾਧਿਆ, ਕਸ ਸਾਧਿਆ ਇਹ ਰੋਗਾਂ ਦਾ ਜ਼ਿਕਰ ਹੁੰਦਾ। ਜੀ ਜੀ ਸਾਧਿਆ ਮਤਲਬ ਉਹ ਰੋਗ ਜਿਹੜੇ ਦਵਾਈ ਦੇਣ ਨਾਲ ਠੀਕ ਹੋ ਜਾਂਦੇ। ਅਸਾਧਿਆ ਰੋਗ ਉਹ ਨੇ ਜਿਹੜੇ ਮਰੀਜ਼ ਨੂੰ ਲੈ ਕੇ ਜਾਂਦੇ ਆ, ਉਹ ਠੀਕ ਨਹੀਂ ਹੁੰਦੇ। ਜੀ ਜੀ ਕਸ ਸਾਧਿਆ ਉਹ ਰੋਗ ਨੇ ਜਿਨ੍ਹਾਂ ਨੂੰ ਵੈਦ ਪੂਰੀ ਦਿਮਾਗ ਨਾਲ ਸੋਚ ਕੇ ਤਨਦੇਹੀ ਨਾਲ ਦਵਾਈ ਦੇਵੇ, ਇਲਾਜ ਦੇਵੇ, ਤਾਂ ਮਰੀਜ਼ ਪਰਹੇਜ਼ ਰੱਖੇ, ਦਵਾਈ ਖਾਏ, ਤਾਂ ਉਹ ਠੀਕ ਹੋ ਜਾਂਦੇ। ਕਸ਼ਟ ਸਾਧਿਆ। ਜੀ ਇਹ ਜਿਹੜਾ ਕਰੋਨਾ ਵਾਇਰਸ ਹੈ, ਇਹ ਇਸ ਵੇਲੇ ਅਸਾਧਿਆ ਰੋਗ ਵਿੱਚ ਆਇਆ। ਜੀ ਮਤਲਬ ਇਹਦਾ ਇੱਕ ਤਾਂ ਅਜੇ ਸਿਪਟਮ ਇਹਨਾਂ ਨੂੰ ਕਲੀਅਰ ਨਹੀਂ ਹੋਏ। ਜੀ ਇਹਦੇ ਤੇ ਵੈਦ ਲੋਕ, ਡਾਕਟਰ ਲੋਕ, ਸਾਇੰਟਿਸਟ ਲੋਕ ਜਿਹੜੇ ਆ ਉਹ ਖੋਜ ਕਰ ਰਹੇ। ਇੱਕ ਥੋੜ੍ਹੀ ਮੇਰੀ ਸੋਚ ਹੈ, ਚਲੋ ਕਿਉਂਕਿ ਇਸ ਵੇਲੇ ਐਲੋਪੈਥੀ ਜਿਹੜੀ ਹੈ ਉਹ ਹਾਈਐਸਟ ਪੀਕ ਦੇ ਉੱਤੇ ਆ, ਹਾਈਐਸਟ ਪੱਧਰ ਦੇ ਉੱਤੇ। ਜੀ 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 ਗੌਰਮੈਂਟ ਦੇ ਦਿਮਾਗ 'ਚ ਵੀ, ਸਾਇੰਟਿਸਟਾਂ ਦੇ ਦਿਮਾਗ 'ਚ ਵੀ, ਡਾਕਟਰਾਂ ਦੇ ਦਿਮਾਗ 'ਚ ਵੀ ਜਿਹੜੇ ਐਲੋਪੈਥੀ ਹੈ ਇਹ ਸਭ ਕੁਝ ਕਰ ਸਕਦੀ ਹੈ। ਮੇਰੀ ਇੱਕ ਸੋਚ ਹੈ ਵੀ ਜੇ 5000 7000 ਦੀ ਗਿਣਤੀ ਵਿੱਚ ਵਾਇਰਸ ਜਿਹੜੇ ਹੈ ਆਲਰੇਡੀ ਹੈਗੇ ਨੇ, ਜੀ ਜੀ ਉਹਨਾਂ ਤੋਂ ਹੋਣ ਵਾਲੀ ਜਿਹੜੀ ਬਿਮਾਰੀ ਹੈ ਜੀ ਉਹ ਹੋਏਗੀ ਵੀ ਇਸ ਧਰਤੀ ਤੇ, ਇਸ ਧਰਤੀ ਦੇ ਆਦਮੀਆਂ ਨੂੰ, ਜੀਵਾਂ ਨੂੰ ਹੋਏਗੀ। ਪ੍ਰਕਿਰਤੀ ਨੇ ਉਹਨਾਂ ਆਉਣ ਵਾਲੀਆਂ ਬਿਮਾਰੀਆਂ ਨੂੰ ਸਾਂਭਣ ਵਾਸਤੇ, ਰੋਕਣ ਵਾਸਤੇ ਆਪਣੀ ਗੋਦ ਵਿੱਚ ਨਾਨਾ ਪ੍ਰਕਾਰ ਦੀਆਂ ਬੂਟੀਆਂ, ਨਾਨਾ ਪ੍ਰਕਾਰ ਦੇ ਐਸੇ ਜੜੀਆਂ ਬੂਟੀਆਂ ਜੀ ਪੈਦਾ ਕੀਤੀਆਂ ਨੇ। ਜੀ ਜੀ ਲੋੜ ਹੈ ਉਹਨਾਂ ਬੂਟੀਆਂ ਨੂੰ ਯੋਗ ਬਣਾ ਕੇ, ਉਹਨਾਂ ਦਾ ਕੰਬੀਨੇਸ਼ਨ ਕਰਕੇ, ਉਹਨਾਂ ਨੂੰ ਮਿਲਾ ਕੇ ਜੀ ਦਵਾਈ ਤਿਆਰ ਕਰਨਾ ਮਾਰ। ਪਰ ਜਿਹੜੀ ਸਰਕਾਰ ਹੈ ਉਹ ਵੀ ਐਲੋਪੈਥੀ ਵੱਲ ਦੇਖਦੀ ਹੈ, ਆਯੁਰਵੈਦਿਕ ਪੈਥੀ ਵੱਲ ਨਹੀਂ ਦੇਖਦੀ। ਆਯੁਰਵੈਦਿਕ ਪੈਥੀ ਨੂੰ ਕੋਈ ਪ੍ਰਮੋਟ ਹੀ ਨਹੀਂ ਕਰਨਾ, ਪ੍ਰਮੋਟ ਨਹੀਂ ਕਰਿਆ। ਇਹ ਟ੍ਰੈਜਡੀ ਹੈ। ਹਾਂਜੀ, ਇਹ ਬੜੀ। ਜਦ ਕਿ ਇਹ ਹਿੰਦੁਸਤਾਨ ਜਿਹੜਾ ਆ, ਇੱਥੇ ਜਿਹੜੀਆਂ 3 ਪੈਥੀਆਂ ਬਾਹਰੋਂ ਆਈਆਂ ਨੇ, ਹੋਮਿਓਪੈਥੀ ਬਾਹਰੋਂ ਆਈ ਹੈ, ਯੂਨਾਨ ਵਾਲੀ ਪੈਥੀ ਜਿਹੜੀ ਇਹਨੂੰ ਅਸੀਂ ਯੂਨਾਨੀ ਸਿਸਟਮ ਵਿੱਚ ਕਹਿੰਦੇ ਆ, ਐਲੋਪੈਥੀ ਇਹ ਵੀ ਬਾਹਰੋਂ ਆਈ ਹੈ। ਪਰ ਹਿੰਦੁਸਤਾਨ ਦੀ ਪੈਥੀ ਜਿਹੜੀ ਸੀ ਬਹੁਤ ਓਲਡ ਹੈ। ਕਦੋਂ? ਅਜੁਰਵੇਦ, ਯਜੁਰਵੇਦ ਵਿੱਚੋਂ ਜੀ, ਪਤੰਜਲੀ ਯੋਗ ਵਿੱਚੋਂ, ਔਰ ਚਰਕ ਸੰਹਿਤਾ, ਬਾਗ ਭੱਟ, ਸੁਸ਼ਰਤ ਜੀ, ਬੜੇ ਬੜੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਆਯੁਰਵੈਦਿਕ ਪੈਥੀ ਨੂੰ ਹਿੰਦੁਸਤਾਨ ਵਿੱਚ ਪ੍ਰਚਾਰਿਆ। ਔਰ ਇਹਨਾਂ ਤੋਂ ਪਹਿਲਾਂ
ਮੈਂ ਇੱਕ ਅੰਦਾਜ਼ਾ ਕਹਿ ਸਕਦਾ 1666 ਵਿੱਚ ਈਸਟ ਇੰਡੀਆ ਕੰਪਨੀ ਪੈਦਾ ਹੋਈ ਸੀ। ਜੀ ਜੀ ਅੰਗਰੇਜ਼ ਜਿਹੜੇ ਸੀ ਪਹਿਲੇ ਸਭ ਤੋਂ ਪਹਿਲਾਂ ਕੈਲਕੱਟਾ 'ਚ ਆਏ ਤਾਂ ਉਹ ਇਲਾਜ ਕਰਨ ਦੇ ਬਹਾਨੇ ਇੱਥੇ ਆਏ। ਉਹਨਾਂ ਨੇ ਆਪਣਾ ਆਪ ਇੱਥੇ ਡਿਵੈਲਪ ਕਰ ਲਿਆ ਅਤੇ ਉਹਨਾਂ ਸਾਰੇ ਹਿੰਦੁਸਤਾਨ 'ਚ ਰਾਜ ਕਾਇਮ ਕਰ ਲਿਆ। ਜੀ ਜੀ ਕਹਿਣ ਤੋਂ ਭਾਵ ਵੀ ਐਲੋਪੈਥੀ 1666 ਵਿੱਚ ਆਈ ਹੈ। ਜੀ ਇੱਕ ਮੈਂ ਆਪ ਜੀ ਦੀ ਗੱਲ ਵਿੱਚ ਰੋਕਦਾ ਵੀ ਆਯੁਰਵੈਦਿਕ ਪੈਥੀ ਨੂੰ ਅਸੀਂ ਇਸਤੇਮਾਲ ਕਿਉਂ ਨਹੀਂ ਕਰਨਾ ਚਾਹੁੰਦੇ, ਕਿਉਂ ਅਸੀਂ ਐਲੋਪੈਥੀ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ, ਜਾਂ ਹਰ ਬੰਦਾ ਜਿਹੜਾ ਉਹ ਇਹੀ ਚਾਹੁੰਦਾ ਵੀ ਮੈਂ ਐਲੋਪੈਥੀ ਲੈ ਲਵਾਂ, ਆਯੁਰਵੈਦਿਕ ਵਾਲੇ ਪਾਸੇ ਕੋਈ ਤੁਰਨਾ ਨਹੀਂ ਚਾਹੁੰਦਾ, ਨਾ ਹੀ ਸਰਕਾਰਾਂ ਕੰਮ ਕਰ ਰਹੀਆਂ, ਨਾ ਹੀ ਕੋਈ ਹੋਰ ਕੰਮ ਕਰ ਰਿਹਾ। ਮੇਰੀ ਸੋਚ ਅਨੁਸਾਰ ਇਹਦੇ 3 ਕਾਰਨ ਹੈ। ਜੀ ਇੱਕ ਕਾਰਨ ਇਹ ਵੀ ਜਿਹਨਾਂ ਸੰਤਾਂ ਲੋਕਾਂ ਨੇ, ਰਿਸ਼ੀ ਮੁਨੀਆਂ ਨੇ ਜਿਹੜੀ ਖੋਜ ਕੀਤੀ ਆਪਣੀ, ਜੀ ਉਹਨਾਂ ਨੇ ਛਾਇਆ ਨਹੀਂ ਕੀਤਾ, ਪ੍ਰਕਾਸ਼ ਨਹੀਂ ਕੀਤਾ, ਲਿਖਿਆ ਨਹੀਂ। ਜੀ ਜੇ ਕਿਤੇ ਕਿਤਾਬਾਂ 'ਚ ਲਿਖਿਆ ਮਿਲਦਾ ਤਾਂ ਉਸ ਵਸਤੂ ਦਾ ਵਜਨ ਨਹੀਂ ਲਿਖਿਆ, ਜੀ ਉਹਦੀ ਮਾਤਰਾ ਨਹੀਂ ਲਿਖੀ, ਔਰ ਉਹਨੂੰ ਬਣਾਉਣ ਦਾ ਢੰਗ ਨਹੀਂ ਲਿਖਿਆ। ਜੀ ਇੱਕ ਬੰਦਾ ਜਿਹੜਾ ਪਹਿਲਾਂ ਕੰਮ ਕਰਦਾ ਉਹਨੂੰ ਪਤਾ ਹੈ ਵੀ ਆਹ ਚੀਜ਼ ਬਣਾਉਣੀ ਹੈ, ਇਹਦਾ ਢੰਗ ਆ, ਇਹ ਮੈਥਡ ਇੰਨਾ ਆ, ਇਹ ਇਹਦੀ ਮਾਤਰਾ ਆ, ਇਹਦੀ ਵਜਨ ਹੈ। ਹਾਂਜੀ ਉਹ ਜਿਹੜਾ ਦੂਜਾ ਬੰਦਾ ਉਸ ਕਿਤਾਬ ਨੂੰ ਦੇਖਿਆ ਉਹ ਨਹੀਂ ਉਹਨੂੰ ਸਫਲ ਹੋਏਗਾ। ਇਹ ਜਿਹੜੀ ਪੈਥੀ ਸੀ ਇਹ ਗੁਰੂ ਚੇਲੇ ਤੋਂ ਸੀ। ਗੁਰੂ ਚੇਲੇ ਤੁਸੀਂ ਔਰ ਇੱਕ ਮਹਾਰਾਜ ਨਬਜ਼ ਦੇਖ ਕੇ ਉਹ ਦੱਸ ਦਿੰਦੇ ਸੀ ਜਿੱਦਾਂ ਤਿੰਨ ਚੀਜ਼ਾਂ ਨੇ, ਬਾਤ ਪਿੱਤ ਕਫ ਨੂੰ ਦੇਖ ਕਰਕੇ ਤੇ ਉਹ ਦੱਸ ਦਿੰਦੇ ਸੀ ਵੀ ਤੁਹਾਡੀ ਬੋਡੀ 'ਚ ਬਾਤ ਦੀ ਬਹੁਤ ਆਦਤ ਆ, ਜਾਂ ਪਿੱਤ ਆ, ਜਾਂ ਕਫ ਹੈ। ਪਰ ਹੁਣ ਵਾਲੇ ਡਾਕਟਰ ਉਹ ਕਹਿੰਦੇ ਜੀ ਟੈਸਟ ਕਰਾਓ ਤੇ ਟੈਸਟ ਕਰਾ ਕੇ ਤੁਸੀਂ ਮਤਲਬ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਹਾਨੂੰ ਕੀ ਹੈ। CBC ਕਰਾਓ ਜਾਂ ਤੁਸੀਂ ਮਤਲਬ ਲੀਪਿਡ ਪ੍ਰੋਫਾਈਲ ਕਰਾਓ, ਜਿਹੜੇ ਵੀ ਮਤਲਬ ਦੂਸਰੀ ਗੱਲ ਜਿਹੜੀ ਸੀ ਜੀ ਵੀ ਸਾਡੇ ਜਿਹੜੇ ਜਿੰਨੇ ਡਾਕਟਰ ਆਪਣੇ ਵੈਦ ਲੋਕ ਸੀਗੇ, ਜੀ 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 ਉਹ ਕਿਸੇ ਸੰਸਥਾ ਤੋਂ ਉਹ ਡਿਗਰੀ ਹੋਲਡਰ ਨਹੀਂ ਸੀ। ਜੀ ਗੁਰੂ ਚੇਲੇ ਦੀ ਪ੍ਰਣਾਲੀ ਸੀ, ਗਾਂ ਤੋਂ ਗਾਂ ਪ੍ਰੈਕਟਿਸ ਕਰਦੇ ਗਏ, ਗੁਰੂ ਚੇਲੇ ਤੋਂ ਜੋ ਮਿਲਿਆ ਉਹਨੂੰ ਵਰਤਾਉਂਦੇ ਰਹੇ। ਜੀ ਜੀ ਤੀਸਰੀ ਗੱਲ ਇਹ ਹੋਈ ਵੀ ਹਰ ਆਦਮੀ ਜਿਹੜਾ ਆ ਉਹਦੇ 'ਚ ਇੰਨੀ ਤੇਜ਼ੀ ਆ ਗਈ ਹੈ, ਉਹ ਕਹਿੰਦਾ ਵੀ ਮੈਨੂੰ ਬੁਖਾਰ ਹੁਣ ਚੜ੍ਹਿਆ ਵਿਦਿਨ ਹਾਫ ਐਨ ਆਵਰ, ਅੱਧੇ ਘੰਟੇ ਤੇ ਮੇਰਾ ਬੁਖਾਰ ਉਤਰਨਾ ਚਾਹੀਦਾ, ਮੈਂ ਤਾਂ ਡਿਊਟੀ ਤੇ ਜਾਣਾ। ਜੀ ਜੀ ਔਰ ਡਾਕਟਰ ਐਲੋਪੈਥੀ ਵਿੱਚ ਇਹ ਹੈ ਵੀ ਜਦੋਂ ਉਹਨੂੰ ਮੈਡੀਸਨ ਦਿੰਦੇ ਆ ਤਾਂ ਉਹਦਾ ਬਕਾਇਦਾ 20-25 ਮਿੰਟ 'ਚ ਬੁਖਾਰ ਉਤਰ ਜਾਂਦਾ, ਆਦਮੀ ਤੁਰ ਪੈਂਦਾ। ਇਹ ਵੱਖਰੀ ਗੱਲ ਹੈ ਕਿ ਉਹ ਸਧਾਰਨ ਬੁਖਾਰ ਜਿਹੜਾ ਫਿਰ ਟਾਈਫਾਈਡ ਵਿੱਚ, ਬਿਖਮ ਜਵਾਰ ਵਿੱਚ ਉਹ ਬਦਲ ਜਾਂਦਾ। ਐਲੋਪੈਥੀ ਮਾਰਗ ਵਿੱਚ ਸਿਰਫ 2-3-4 ਬੁਖਾਰਾਂ ਦਾ ਜ਼ਿਕਰ ਹੈ, ਪਰ ਆਯੁਰਵੈਦਿਕ ਪੈਥੀ ਨੇ 25 ਕਿਸਮ ਦੇ ਬੁਖਾਰ ਜਿਹੜੇ ਪਹਿਲਾਂ ਹੀ ਉਹਨਾਂ ਦੇ ਉੱਤੇ ਖੋਜ ਕੀਤੀ ਹੈ, ਸਿੰਪਟਮ ਦੱਸੇ ਨੇ, ਨਾਲ ਉਹਨਾਂ ਦੀਆਂ ਦਵਾਈਆਂ ਦੱਸੀਆਂ ਨੇ, ਔਰ ਉਹਨਾਂ ਦਾ ਕਿਵੇਂ ਇਲਾਜ ਕੀਤਾ ਜਾਏ ਉਹ ਸਾਰਾ ਉਹਦੇ 'ਚ ਆਮ ਗ੍ਰੰਥਾਂ ਵਿੱਚ ਮਿਲਦਾ ਹੈ। ਮੈਂ ਗੱਲ ਕਰਨ ਲੱਗਿਆ ਸੀ ਵੀ ਜਿਹੜਾ ਈਸਟ ਇੰਡੀਆ ਕੰਪਨੀ ਦੀ ਗੱਲ ਕਰਨ ਲੱਗੇ ਸੀ ਤੁਸੀਂ। ਈਸਟ ਇੰਡੀਆ 1666 ਵਿੱਚ ਆਈ ਹੈ। ਹਾਂਜੀ ਉਹ ਕੰਪਨੀ ਕਾਇਮ ਹੁੰਦਿਆਂ ਲਗਭਗ 17ਵੀਂ ਸਦੀ ਦੇ ਲਾਗੇ ਜਾ ਕੇ ਇਹਨਾਂ ਨੇ ਐਲੋਪੈਥੀ ਵੀ ਨਾਲ ਇੱਥੇ ਆ ਗਈ ਜੀ। ਪਰ ਇਦੋਂ ਪਹਿਲਾਂ ਤਾਂ ਬਹੁਤ ਪਹਿਲਾਂ ਯਜੁਰਵੇਦ ਦੇ ਟਾਈਮ ਤੋਂ ਲੈ ਕਰਕੇ ਇਹ ਜਿਹੜਾ ਸਾਡੀ ਆਯੁਰਵੈਦਿਕ ਪੈਥੀ ਸੀ, ਹਾਂਜੀ ਕੰਮ ਕਰਦੀ ਸੀ। ਜੀ ਜੀ ਇਹਦੀ ਖੋਜ ਹੋ ਚੁੱਕੀ ਸੀ, ਔਰ ਉਸ ਖੋਜ ਵਿੱਚ ਜਿੰਨੀ ਬਰੀਕੀ ਨਾਲ ਵੈਦ ਲੋਕਾਂ ਨੇ ਵੇਖਿਆ, ਜੀ ਅੱਜ ਕਰੋੜਾਂ ਰੁਪਏ ਦੀਆਂ, ਲੱਖਾਂ ਰੁਪਏ ਦੀਆਂ ਮਸ਼ੀਨਾਂ ਨਾਲ ਇੱਕ ਚੀਜ਼ ਪਰਖੀ ਜਾ ਰਹੀ ਹੈ, ਪਰ ਵੈਦ ਲੋਕ ਬਾਤ ਪਿੱਤ ਕਫ ਸਿਰਫ 3 ਉਂਗਲਾਂ ਜੀ ਆਦਮੀ ਦੀ ਨਬਜ਼ ਤੇ ਰੱਖ ਕੇ ਤਾਂ ਉਹਦਾ ਉਹ ਡਾਇਗਨੋਸ ਕਰਦੇ ਸੀ। ਜੀ ਇਹ ਜਿਹੜੀ ਪੈਥੀ ਸੀ ਇਸ ਕਰਕੇ ਪਛੜ ਗਈ ਵੀ ਇਹਨੂੰ ਗਵਾਰਾਂ ਦੀ ਪੈਥੀ ਮੰਨ ਲਿਆ, ਅਨਪੜ੍ਹਾਂ ਦੀ ਪੈਥੀ ਮੰਨ ਲਿਆ, ਔਰ ਉਹਨਾਂ ਲੋਕਾਂ ਨੇ ਆਪਣੀ ਕਿਤਾਬਾਂ ਨਹੀਂ ਬਣਾਈਆਂ, ਉਹਨਾਂ ਨੂੰ ਗਵਾਹ ਨਹੀਂ ਦੱਸਿਆ, ਔਰ ਇਹ ਲੌਂਗ ਪ੍ਰੋਸੀਜਰ ਸੀ। ਜਿੱਥੇ ਇੱਕ ਗੋਲੀ ਨਾਲ ਤੁਹਾਡਾ ਸਿਰ 10 ਮਿੰਟਾਂ 'ਚ ਹਟ ਸਕਦਾ, ਉੱਥੇ ਆਯੁਰਵੈਦਿਕ ਪੈਥੀ ਵਾਲਾ ਦੇਖੇਗਾ ਵੀ ਇਹਨੂੰ ਕਬਜ਼ ਹੈ, ਇਹਨੂੰ ਕੀ ਤਕਲੀਫ ਹੈ, ਕਿਉਂ ਇਹਦਾ ਸਿਰ ਦੁਖਣ ਲੱਗਿਆ, ਕਾਫ ਹੈ, ਪਿੱਤ ਹੈ, ਬਾਤ ਹੈ, ਸਾਰਾ ਦੇਖੇਗਾ। ਉਹਨੂੰ ਟਾਈਮ ਲੱਗਿਆ, ਪਰੰਤੂ ਆਯੁਰਵੈਦਿਕ ਪੈਥੀ ਨਾਲ ਕੀਤਾ ਹੋਇਆ ਇਲਾਜ ਜਿਹੜਾ ਸਟੇਬਲ ਹੈ। ਜੀ ਜੀ ਉਹ ਇੱਕ ਵਾਰੀ ਠੀਕ ਹੋ ਜਾਏਗਾ, 2-4-6 ਮਹੀਨੇ ਸਾਲ ਉਹਨੂੰ ਲੋੜ ਨਹੀਂ। ਐਲੋਪੈਥੀ ਵਿੱਚ ਜਿਹੜੀ ਤੁਸੀਂ ਅੱਜ ਗੋਲੀ BP ਦੀ ਲੈ ਲਈ, ਸ਼ੂਗਰ ਦੀ ਲੈ ਲਈ ਹੈ, ਥਾਇਰਾਇਡ ਦੀ ਲੈ ਲਈ ਹੈ, ਜਾਂ ਕੋਈ ਹੋਰ ਗੋਲੀ ਤੁਹਾਡੇ ਜਿੱਦਾਂ ਹਾਰਟ ਬੀਟਿੰਗ ਦੀ ਲੈ ਲਈ ਹੈ, ਉਹ ਕੰਟੀਨਿਊਲੀ ਤੁਹਾਨੂੰ ਟਿਲ ਡੈਥ ਤੱਕ ਲੈਣੀ ਪੈਣੀ। ਬਿਲਕੁਲ। ਅੱਛਾ ਚਲੋ, ਇਹ ਤਾਂ ਆਪਣਾ ਇੱਕ ਦੁੱਖ ਹੈ। ਜਿਹੜਾ ਅੱਜ ਦੇ ਸਮੇਂ ਵਿੱਚ ਅਸੀਂ ਜਿਹਦੇ ਕੋਵਿਡ ਦੀ ਗੱਲ ਕਰਨ ਲੱਗੇ ਸੀ, ਖਾਂਸੀ, ਬੁਖਾਰ, ਨਜ਼ਲਾ, ਛਾਤੀ ਦਾ ਜੰਮਣਾ ਪਹਿਲਾਂ ਵੀ ਹੁੰਦਾ ਸੀ। ਜੀ ਜੀ ਉਹਨੂੰ ਅਸੀਂ ਆਮ ਕਰਕੇ ਕਹਿੰਦੇ ਸੀ ਵੀ ਨਮੂਨੀਆ ਹੋ ਗਿਆ। ਹਾਂਜੀ। ਫਿਰ ਕਹਿੰਦੇ ਡਬਲ ਨਮੂਨੀਆ ਹੋ ਗਿਆ। ਜੀ। ਡਬਲ ਤੋਂ ਲੰਘੇ ਤਾਂ ਇਹਦਾ ਮਤਲਬ ਫੇਫੜੇ ਉਹਦੇ ਜੰਮ ਗਏ ਪੂਰੀ ਤਰ੍ਹਾਂ, ਸਾਹ ਲੈਣ 'ਚ ਤਕਲੀਫ ਆਈ, ਉਹਦੀ ਡੈਥ ਹੋ ਗਈ।
ਇਹ ਜਿਹੜਾ 90 ਕੋਵਿਡ ਹੈ ਕਰੋਨਾ ਵਾਇਰਸ, ਇਹ ਗਲੇ ਤੇ ਪਹਿਲਾਂ ਅਸਰ ਕਰਦਾ, ਗਲੇ ਤੋਂ ਬਾਅਦ ਵਿੱਚ ਫਿਰ ਇਹ ਫੇਫੜਿਆਂ ਤੋਂ ਜਾਂਦਾ ਜੀ। ਫੇਫੜਿਆਂ ਵਿੱਚ ਫੈਲਾਅ ਪੈਦਾ ਜਿਹੜਾ ਹੋਇਆ ਹੁੰਦਾ ਉਹਨੂੰ ਰੋਕ ਦਿੰਦਾ, ਬਲਗਮ ਵਗੈਰਾ ਜੰਮ ਜਾਂਦੀ ਹੈ, ਆਦਮੀ ਨੂੰ ਸਾਹ ਲੈਣ 'ਚ ਤਕਲੀਫ ਆਉਂਦੀ ਹੈ। ਉਸ ਵੇਲੇ ਤੱਕ ਇਹਦਾ ਇਲਾਜ ਜਿਹੜਾ ਨਾ ਉਹ ਐਲੋਪੈਥੀ 'ਚ ਵੀ ਨਿਕਲ ਚੁੱਕਿਆ ਹੁੰਦਾ, ਆਯੁਰਵੈਦਿਕ 'ਚ ਨਿਕਲ ਚੁੱਕਿਆ। ਇਹ ਇਮਿਊਨਿਟੀ ਜਿਹੜੀ ਆ ਉਹਦੇ ਘੱਟ ਦਾ ਕਾਰਨ ਵੀ ਹੈ ਇਹ? ਇਮਿਊਨਿਟੀ ਵੀ ਘੱਟ ਦਾ ਕਾਰਨ ਹੈ, ਪਰੰਤੂ ਕਮਜ਼ੋਰ ਆਦਮੀ ਤੇ ਲਾਗੂ ਹੁੰਦੀ ਹੈ ਜੀ। ਪਰ ਜਦੋਂ ਅਸੀਂ ਇਹ ਦੇਖਦੇ ਹਾਂ ਤੇ ਇਹ ਵੀ ਬਹੁਤੀ ਗੱਲ ਕਾਬਲ ਨਹੀਂ ਹੈਗੀ, ਲਾਗੂ ਨਹੀਂ ਹੁੰਦੀ ਜੀ। ਕਿਉਂਕਿ ਮੇਰਾ ਹੁਣਾ ਇੱਕ ਮੇਰਾ ਵਿਦਿਆਰਥੀ ਬੱਚਾ ਸੀ, ਦਿੱਲੀ ਦੀ ਡੈਥ ਹੋਈ, ਅੱਜ ਪਾਠ ਚੱਲਦਾ ਪਿਆ, ਕੱਲ੍ਹ ਭੋਗ ਪਏਗਾ ਜੀ। ਉਹ ਕੇਵਲ 36 ਸਾਲ ਦਾ ਸੀ ਜੀ। ਔਰ ਇੱਕ ਵੈਰੀ ਹੈਲਦੀ, ਅੱਛਾ ਜੀ। ਮੋਰ ਐਕਟਿਵ, ਹੈਲਦੀ ਸਭ ਕੁਛ ਸੀ। ਜੀ। ਪਰੰਤੂ 2 ਦਿਨ ਬੁਖਾਰ ਚੜ੍ਹਿਆ, 3 ਦਿਨ ਉਹਨੂੰ ਸਾਹ ਦੀ ਟਰਬਲ ਹੋਈ, ਹਸਪੀਟਲ ਲੈ ਕੇ ਗਏ, ICU ਲਗਾਏ, ਰਾਤ 6-7 ਵਜੇ ਲਗਾਏ ਆ, ਰਾਤ ਨੂੰ 12 ਵਜੇ ਡੈਥ ਹੋ ਗਈ। ਔਰ ਜੇ ਅਸੀਂ ਕਹੀਏ ਵੀ ਹਿਊਮਿਨਿਟੀ ਉਹਦੀ ਘੱਟ ਸੀ, ਹੀ ਵਾਸ ਵੈਰੀ ਹੈਲਦੀ। ਜੀ। ਇਹ ਵੀ ਨਹੀਂ ਵੀ 70 ਸਾਲ ਵਾਲੇ ਨੂੰ ਘੇਰਦੀ ਹੈ, ਜਿੰਨੇ ਡਾਕਟਰ ਲੋਕ ਇਹਦੇ ਵਿੱਚ ਗਏ ਨੇ ਹਾਂਜੀ। ਜਾਂ ਪੁਲਿਸ ਵਾਲੇ ਦੇ ਚਾਰੇ ਨੇ, ਸਾਰੇ ਹਿਊਮਿਨਿਟੀ ਵਾਲੇ ਆ ਰਹੇ ਆ, ਸਾਰੇ ਜੰਗ ਏਜ ਦੇ ਆ ਰਹੇ ਆ, ਜੀ ਜੀ ਜੀ। ਹੈਲਦੀ ਆ ਰਹੇ ਸਾਰੇ। ਪੁਲਿਸ ਵਾਲੇ ਮੋਰ ਓਵਰ ਸਾਰੇ ਹੈਲਦੀ ਹੈ, ਯੰਗ ਸਾਰੇ ਯੰਗ। ਡਾਕਟਰ ਜਿਹੜੇ ਆ ਉਹ ਵੀ ਫਿੱਟ ਫਾਰ ਨੇ, ਪਰੰਤੂ ਇਸ ਬਿਮਾਰੀ ਦੇ ਤਹਿਤ ਉਹ ਆ ਰਹੇ ਨੇ। ਜੀ ਜੀ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਅਸੀਂ ਡਾਇਗਨੋਜ਼ ਹੀ ਨਹੀਂ ਕਰ ਪਾਉਂਦੇ ਵੀ ਇਸ ਆਦਮੀ ਨੂੰ ਇਹ ਕਰੋਨਾ ਵਾਇਰਸ ਹੈਗੇ ਜਾਂ ਨਹੀਂ ਹੈਗੇ। ਕਿਸ ਤਰੀਕੇ ਨਾਲ? ਜੇ ਕੇਵਲ ਇੱਕ ਮੂੰਹ ਢੱਕ ਲਿਆ, ਨੱਕ ਬੰਦ ਕਰ ਲਿਆ, ਹੱਥ ਸਾਬਣ ਨਾਲ ਧੋ ਲਏ, ਕੀ ਬਾਕੀ ਸਰੀਰ ਵਿੱਚ ਕਰੋਨਾ ਵਾਇਰਸ ਨਹੀਂ ਬੈਠਾ? ਬਿਲਕੁਲ। ਆਮ ਕਹਿੰਦੇ ਦਾੜੀ ਵਿੱਚ ਵੀ ਆਉਂਦਾ, ਬਾਲਾਂ 'ਚ ਵੀ ਆਉਂਦਾ, ਕੱਪੜੇ 'ਤੇ ਵੀ ਰਹਿ ਸਕਦਾ। ਜੀ ਜੀ ਜੀ। ਫਿਰ ਤਾਂ ਉਹਦੀ ਰੋਕ ਨਹੀਂ ਹੋਈ ਕੁਛ ਵੀ। ਇਉਂ ਕਹਿ ਸਕਦੇ ਹਾਂ ਕਿ ਇਹ ਦੂਸਰੇ ਪਾਸੇ ਜਦੋਂ ਅਸੀਂ ਅਧਿਆਤਮਿਕ ਦੁਨੀਆ ਬਾਰੇ ਸੋਚਦੇ ਹਾਂ ਜੀ। ਤਾਂ ਉਹਦੇ 'ਚ ਅਸੀਂ ਇੱਕ ਸਪਸ਼ਟ ਕਹਿੰਦੇ ਹਾਂ ਵੀ ਕੁਦਰਤ ਦਾ ਖੇਲ ਹੈ ਕੋਈ। ਜੇ ਕੁਦਰਤ ਦੇ ਨਾਲ ਖਿਲਵਾੜ ਕੀਤਾ, ਉਸ ਖਿਲਵਾੜ ਵਿੱਚ ਕੁਦਰਤ ਵੀ ਕਰੋਪੀ ਹੋਈ ਨਜ਼ਰ ਆਉਂਦੀ ਹੈ। ਤੁਸੀਂ ਦੇਖੋ ਵਾਤਾਵਰਨ ਵੀ ਇਸ ਸਾਲ ਦਾ ਕਿੱਦਾਂ ਦਾ ਰਿਹਾ। ਜੀ। ਇੱਕ ਦਿਨ ਧੁੱਪ ਹੈ, ਦੂਜੇ ਦਿਨ ਬੱਦਲ ਹੈ, ਤੀਜੇ ਦਿਨ ਮੀਂਹ ਹੈ। ਹਾਂਜੀ। ਇੱਦਾਂ ਦਾ ਕਦੇ ਹਿੰਦੁਸਤਾਨ 'ਚ ਹੋਇਆ ਹੀ ਨਹੀਂ। ਪੂਰੇ ਮਾਰਚ ਤੋਂ ਲੈ ਕੇ ਮਾਰਚ ਦੀ 23 ਤਰੀਕ ਨੂੰ ਲਾਕਡਾਊਨ ਹੋਇਆ ਸੀ, ਜੀ। ਉਦੋਂ ਹੁਣ ਤੱਕ ਮੌਸਮ ਦੀ ਉਹੀ ਪਰਿਸਥਿਤੀ ਚੱਲ ਰਹੀ। ਬਿਲਕੁਲ। ਨੰਬਰ 2, ਫਿਰ ਚਲੋ ਸਾਡੇ ਤਾਂ ਇਹ ਪਰਿਸਥਿਤੀ ਹੈ ਕੈਨੇਡਾ ਵਿੱਚ, ਅਮਰੀਕਾ ਵਿੱਚ, ਜ਼ਿੰਬਾਬਵੇ ਵਿੱਚ, ਰੂਸ ਵਿੱਚ, ਚਾਈਨਾ ਵਿੱਚ। ਕਿਹੜਾ ਥਾਂ ਹੈ ਜਿੱਥੇ ਇਹ ਬੰਦੇ ਦੇ ਨਾਲ ਇਫੈਕਟਿਵ ਨਹੀਂ ਹੋਏ? ਹਾਂ, ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ। ਤੇ ਮੈਂ ਸਮਝਦਾ ਇਹ ਕਿ ਪਰਮੇਸ਼ਰ ਵੱਲੋਂ ਵੀ ਇੱਕ ਕੋਈ ਐਸੀ ਇਹਦਾ ਹੱਲ ਕੀ ਤੁਸੀਂ ਆਯੁਰਵੈਦਿਕ ਦੇ ਹਿਸਾਬ ਨਾਲ ਕੀ ਹੱਲ ਸਮਝਦੇ ਹੋ? ਮੈਂ ਇਹ ਸਮਝਦਾ ਵੀ ਆਯੁਰਵੈਦਿਕ ਵਿੱਚ ਵੀ ਬੜੇ ਬੜੇ ਵਿਦਵਾਨ ਵੈਦ ਪੁਰਾਣੇ ਜੀ ਬੈਠੇ ਨੇ, ਤਜਰਬੇਕਾਰ ਬੈਠੇ ਨੇ। ਜੀ। ਸਰਕਾਰ ਜਿਹੜੀ ਹੈ ਜਿੱਥੇ ਐਲੋਪੈਥੀ ਨੂੰ ਪ੍ਰੈਫਰ ਕਰ ਰਹੀ ਹੈ, ਉਹ 5, 7, 10, 15, 20 ਪੁਰਾਣੇ ਜਿਹੜੇ ਵੈਦਾਚਾਰੀਏ ਨੇ, ਜੀ, ਉਹਨਾਂ ਦਾ ਇੱਕ ਪੈਨਲ ਬਣਾ ਕੇ ਤਾਂ ਉਹਨਾਂ ਨੂੰ ਵੀ ਟਾਈਮ ਦੇਣ ਵੀ ਉਹ ਕੀ ਮੈਡੀਸਨ ਤਿਆਰ ਕਰਦੇ ਆ, ਕਿਸ ਤਰ੍ਹਾਂ ਦਾ ਉਹਦੀ ਰੋਕਥਾਮ ਲਈ ਕਰਦੇ ਆ, ਉਹਨਾਂ ਨੂੰ ਵੀ ਪ੍ਰੈਫਰ ਕਰਕੇ ਤਾਂ ਭਾਰਤ ਵਿੱਚ ਚੱਲਣ ਵਾਲੀ ਜਿਹੜੀ ਦਵਾਈ ਹੈ ਉਹਨੂੰ ਇਜਾਦ ਕਰਨਾ ਚਾਹੀਦਾ। ਜੇ ਅਸੀਂ ਭਾਰਤ ਵਿੱਚ ਉਹਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਗਏ, ਦੈਨ ਵਰਲਡ ਵਿੱਚ ਵੀ ਉਹ ਦਵਾਈ ਸਪਲਾਈ ਕੀਤੀ ਜਾ ਸਕਦੀ ਹੈ। ਜੇ ਤਾਂ ਮਨੁੱਖਤਾ ਨੂੰ ਜਿਹਨੂੰ ਮਰਜ਼ੀ ਦੇ ਠੀਕ ਹੋ ਜਾ। ਪਰ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਵੀ ਜਿਹੜਾ ਉਹ ਆਯੁਰਵੈਦਿਕ ਭਜਦਾ। ਪਰ ਮੈਂ ਹੁਣ ਵੇਖਦਾ ਵੀ ਲੋਕ ਅਮਰੀਕਾ ਵਿੱਚ ਵੀ, ਜਾਪਾਨ ਵਿੱਚ ਵੀ ਉਹ ਮੁੜ ਕੇ ਵਾਪਸ ਆਯੁਰਵੈਦਿਕ ਪੈਥੀ ਵੱਲ ਨੂੰ, ਹਾਂ, ਜੋ ਦੇਸੀ ਚੀਜ਼ਾਂ ਨੇ ਉਹਨਾਂ ਵੱਲ ਨੂੰ ਆ ਰਹੇ ਵਾਪਸ ਆ ਰਹੇ। ਸੋਚ ਆ ਰਹੀ ਹੈ ਮਨੁੱਖ ਦੀ ਵੀ ਇਹਦੇ ਵਿੱਚ ਕਿੰਨਾ ਕੁਝ ਜਿਹੜਾ ਨਾ ਉਹ ਵਧੀਆ ਹੈ, ਜਿਹੜਾ ਮਨੁੱਖ ਨੂੰ ਚੰਗੇ ਰਸਤੇ 'ਤੇ ਲਿਆ ਸਕਦਾ। ਜੀ ਜੀ। ਅੰਤ ਵਿੱਚ ਅਸੀਂ ਕਰੋਨਾ ਵਾਇਰਸ ਬਾਰੇ ਕਹਿ ਸਕਦੇ ਹਾਂ ਵੀ ਜਿੱਥੇ ਇਹ ਮਹਾਂਮਾਰੀ ਮਨੁੱਖਤਾ 'ਤੇ ਪਈ ਹੈ, ਜੀ, ਉੱਥੇ ਨਾਲ ਇਹ ਇੱਕ ਪ੍ਰਕਿਰਤੀ ਦਾ ਵੀ ਬੇਲੋੜਾ ਦਖਲੀ, ਜਿਹੜੀ ਮਨੁੱਖ ਬੇਲੋੜੀ ਦਖਲ ਅੰਦਾਜ਼ੀ ਕਰ ਰਿਹਾ, ਉਹਦਾ ਵੀ। ਜਿਸ ਤਰ੍ਹਾਂ ਮੈਂ ਅਮਰੀਕਾ 'ਚ ਘੁੰਮ ਕੇ ਦੇਖਿਆ ਵੀ ਪਹਾੜਾਂ 'ਤੇ ਦਰਖਤ ਨਹੀਂ, ਘਾਹ ਨਹੀਂ, ਉਹ ਪਹਾੜ ਰੁੜਨ ਨਾ, ਉਹਨਾਂ ਦਾ ਇੰਤਜ਼ਾਮ ਕੀਤਾ, ਪੱਕੀ ਨਾਲੀ ਬਣਾ ਕੇ ਪਾਣੀ ਹੌਲੀ ਹੌਲੀ ਥੱਲੇ ਆਵੇ, ਪਹਾੜ ਨਾ ਰੁੜੇ। ਜੀ ਜੀ। ਪਰ ਤੁਸੀਂ ਕਸ਼ਮੀਰ 'ਚ ਜਾਓ, ਅਸਾਮ 'ਚ ਜਾਓ, ਕਿਸੇ ਦੇਸ਼ ਵਿੱਚ ਜਾਓ, ਸਾਡੇ ਤਾਂ ਹਜ਼ਾਰਾਂ ਪਹਾੜ ਵੱਢ ਕੇ ਲੋਕਾਂ ਨੇ ਦਰਖਤ ਵੱਢ ਕੇ ਉੱਥੇ ਹੋਟਲ ਮੋਟਲ ਘਰ ਤਿਆਰ ਕਰ ਦਿੱਤੇ, ਸੜਕਾਂ ਤਿਆਰ ਕਰ ਦਿੱਤੀਆਂ। ਯਾਨੀ ਪ੍ਰਕਿਰਤੀ ਨੇ ਬਹੁਤ ਵੱਡਾ ਖੇਲ ਕੀਤਾ। ਇਹ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਤੋਂ 550 ਸਾਲ ਪਹਿਲਾਂ ਇਹ ਗੱਲ ਕਹੀ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ,
ਕਿ ਅੱਜ ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਕਿ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਸੀ ਇਹ ਪੂਰੇ ਸੰਸਾਰ ਲਈ ਸੀ, ਉਹਨਾਂ ਦੀ ਜੋ ਵਿਚਾਰਧਾਰਾ ਸੀ ਪੂਰੇ ਸੰਸਾਰ ਲਈ ਸੀ। ਪਰ ਅੱਜ ਮੈਨੂੰ ਲੱਗਦਾ ਹੈ ਨਾ ਤਾਂ ਅਸੀਂ ਕੋਈ ਪਾਣੀ 'ਤੇ ਕੰਮ ਕਰ ਰਹੇ ਹਾਂ, ਨਾ ਅਸੀਂ ਹਵਾ 'ਤੇ ਕੋਈ ਕੰਮ ਕਰ ਰਿਹਾ, ਨਾ ਕੋਈ ਧਰਤੀ ਬਾਰੇ ਸੋਚ ਰਿਹਾ। ਧਰਤੀ ਵੀ ਦਿਨੋਂ ਦਿਨ ਅਸੀਂ ਗੰਧਲੀ ਕਰੀ ਜਾਂਦੇ ਰਹੇ ਹਾਂ, ਹਾਂਜੀ। ਪਾਣੀ ਸਾਡਾ ਗੰਧਲਾ ਹੋਈ ਜਾ ਰਿਹਾ, ਹਵਾ ਸਾਡੀ ਦਿਨੋਂ ਦਿਨ ਇੰਨੀ ਮਾੜੀ ਹੋਈ ਜਾ ਰਹੀ ਹੈ, ਅਤੇ ਹਵਾ ਲੈਣੀ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਹਰ ਬੰਦੇ ਨੂੰ ਐਲਰਜੀ ਹੋ ਰਹੀ ਆ। ਔਰ ਇਹ 2 ਮਹੀਨਿਆਂ ਦੇ ਦੌਰਾਨ ਮੈਂ ਇੱਕ ਚੀਜ਼ ਨੋਟ ਕੀਤੀ ਹੈ ਵੀ ਜਿੰਨਾ ਵੀ ਪਾਣੀ ਹੈ, ਚਾਹੇ ਉਹ ਗੰਗਾ, ਜਮਨਾ, ਨਹਿਰਾਂ, ਚਾਹੇ ਦਰਿਆ ਨੇ, ਜੇ ਸਾਡੀਆਂ ਸਰਕਾਰਾਂ ਕਰੋੜਾਂ ਰੁਪਈਏ, ਅਰਬਾਂ ਰੁਪਈਏ ਵੀ ਉਹਦੇ 'ਤੇ ਲਾ ਦਿੰਦੀ ਤਾਂ ਪਾਣੀ ਸਾਫ਼ ਨਹੀਂ ਸੀ ਹੋ ਸਕਦਾ। ਔਰ ਜਿਹੜੀ ਬਨਸਪਤੀ ਹੈ ਔਰ ਜਿੰਨੀ ਸਾਫ਼ ਹੋਈ ਹੈ, ਇੱਦਾਂ ਲੱਗਦਾ ਜਿੱਦਾਂ ਦਰੱਖਤਾਂ ਦੇ ਪੱਤਿਆਂ ਨੂੰ ਪੋਲਿਸ਼ ਕੀਤੀ ਹੁੰਦੀ ਹੈ, ਇੰਨੇ ਚਮਕਦੇ ਆ। ਔਰ ਮੈਂ ਜੀ ਇਹਨਾਂ 2 ਮਹੀਨਿਆਂ ਦੇ ਵਿੱਚ ਦੇਖਿਆ ਆਪਣੇ ਅਸਥਾਨ 'ਤੇ ਬਾਬਾ ਝੰਡਾ ਸਾਹਿਬ ਵੀ ਇੰਨੇ ਜਾਨਵਰ ਵੇਖੇ ਆ ਕਿ ਮੈਂ ਜਾਨਵਰ ਨਹੀਂ ਇੰਨੇ ਵੇਖੇ ਜਿੰਨੇ ਜਾਨਵਰ ਆਏ ਆ, ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਪਰੇ ਨਹੀਂ ਹਟ ਗਏ ਸਾਰੇ। ਹਾਂ, ਮੈਂ ਆਰੰਭ ਵਿੱਚ ਜਦੋਂ ਆਪਾਂ ਇਸ ਵਿਸ਼ੇ 'ਤੇ ਬੋਲਣਾ ਸ਼ੁਰੂ ਕੀਤਾ ਸੀ ਜੀ ਤਾਂ ਮੈਂ ਇਹ ਗੱਲ ਕਹੀ ਸੀ ਵੀ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨ ਨਹੀਂ ਰਹੇ ਜੀ। ਮੰਨਿਆ ਵੀ ਕਿਵੇਂ ਜਾਏ, ਆਬਾਦੀ ਇੰਨੀ ਜ਼ਿਆਦਾ ਹੋ ਗਈ ਹੈ ਜੀ ਕਿ ਧਰਤੀ ਦੇ ਉੱਤੇ ਮੇਰੇ ਖਿਆਲ 1 ਵਰਗ ਕਿਲੋਮੀਟਰ ਵਿੱਚ 2 ਤੋਂ 2.5 ਹਜ਼ਾਰ ਆਦਮੀ ਜਿਹੜਾ ਨਾ ਜੀ ਉਹ ਆਉਂਦਾ ਹੈ ਅਤੇ ਖੜੇ ਹੋਣ ਜਿੰਨੀ ਥਾਂ ਬਚਦੀ ਹੈ। ਜੀ ਜਿਉਂ-ਜਿਉਂ ਆਬਾਦੀ ਵਧੇਗੀ, ਇਕਨੋਮਿਕਸ ਦਾ ਇੱਕ ਨਿਯਮ ਹੈ ਵੀ ਡਿਮਾਂਡ ਘੱਟ ਹੋਏਗੀ, ਸਪਲਾਈ ਜ਼ਿਆਦਾ ਹੋਏਗੀ ਅਤੇ ਪ੍ਰਾਈਸ ਡਾਊਨ ਹੋਏਗੀ। ਜੀ ਡਿਮਾਂਡ ਜ਼ਿਆਦਾ ਆ, ਸਪਲਾਈ ਘੱਟ ਹੈ ਅਤੇ ਪ੍ਰਾਈਸ ਅਪ ਹੋਏਗੀ। ਜੀ ਜੀ ਹਾਲਾਤ ਇਹ ਪੈਦਾ ਹੋ ਗਏ ਨੇ ਵੀ ਆਬਾਦੀ ਇੰਨੀ ਜ਼ਿਆਦਾ ਹੋ ਗਈ ਹੈ, ਇਕੱਲੇ ਹਿੰਦੁਸਤਾਨ ਦੀ ਆਬਾਦੀ ਜਿਹੜੀ ਹੈ 1 ਅਰਬ ਤੇ 30-32 ਕਰੋੜ ਤੋਂ ਉੱਪਰ ਚੱਲ ਗਈ। ਹਾਂਜੀ। ਸਾਡਾ ਰਕਬਾ ਕਿੰਨਾ 2000 ਮੀਲ ਲੰਬੀ ਹੈ ਸਾਡੀ ਹਿੰਦੁਸਤਾਨ ਦੀ ਲੰਬਾਈ, 1700 ਮੀਲ ਸਾਡੀ ਚੌੜਾਈ ਹੈ ਜੀ। ਅਗਰ ਅਸੀਂ ਉਹਨੂੰ ਜਰਬ ਕਰੀਏ ਤਾਂ ਕਿੰਨਾ ਕੁ ਸਾਡਾ ਖੇਤਰ ਬਣਦਾ, ਅਤੇ ਆਬਾਦੀ ਸਾਡੀ 1 ਅਰਬ ਤੋਂ ਉੱਤੇ 30-32 ਕਰੋੜ ਹੋ ਗਈ ਜੀ। ਜਿੰਨਾ ਜ਼ਿਆਦਾ ਆਬਾਦੀ ਵਧੇਗੀ ਪ੍ਰਦੂਸ਼ਣ ਵਧੇਗਾ। ਸਬਜ਼ੀਆਂ ਦੇ ਛਿੱਲੜ ਮਾਣ ਨਹੀਂ, ਹੋਰ ਤੁਸੀਂ ਦੱਸੋ। ਹਾਂਜੀ। ਪਹਿਲੇ ਆਮ ਲੋਕ ਕੋਈ ਲੈਟਰਿਨ ਬਾਥਰੂਮ ਨਹੀਂ ਸੀ ਕਰਨਾ ਚਾਹੁੰਦੇ, ਬਾਹਰ ਬੈਠਦੇ ਸੀ ਜੀ। ਹਲ ਚਲਾਉਂਦੇ ਸੀ ਤਾਂ ਕੋਈ ਇੰਨੀ ਗੰਦਗੀ ਨਹੀਂ ਸੀ। ਪਰ ਹੁਣ ਬਹੁਤਾਤ ਇੰਨੀ ਹੋ ਗਈ, ਬੰਦੇ ਦੀ ਗਿਣਤੀ ਇੰਨੀ ਮਨੁੱਖਤਾ ਦੀ ਹੋ ਗਈ ਜੀ ਕਿ ਹਵਾ ਵੀ ਗੰਦੀ, ਪਾਣੀ ਵੀ ਗੰਦਾ, ਧਰਤੀ ਵੀ ਗੰਦੀ। ਹੁਣ ਅਸੀਂ ਖੱਡੇ ਪੱਟ ਕੇ 5-5, 7-7, 10-10 ਫੁੱਟ ਡੂੰਘੇ ਅਸੀਂ ਧਰਤੀ ਦਾ ਥੱਲਾ ਵੀ ਗੰਦਾ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ। ਜਿਹੜੇ ਦਰਿਆ ਸੀ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਬੰਨ੍ਹ ਕੇ ਉਹਨਾਂ 'ਚੋਂ ਚਲੋ ਬਿਜਲੀ ਪੈਦਾ ਕੀਤੀ, ਉਹ ਤਾਂ ਠੀਕ ਹੈ, ਵਿਦੁੱਤ ਪੈਦਾ ਕੀਤੀ ਹੈ, ਸਾਡੇ ਬਹੁਤ ਸਾਰੇ ਜੀਵਨ 'ਚ ਕੰਮ ਹੈ। ਪਰ ਪਾਣੀ ਨੂੰ ਨਹਿਰਾਂ 'ਚ ਲਿਜਾ ਕਰਕੇ ਖੇਤਾਂ 'ਚ ਛੱਡਿਆ, ਉਹਦੇ ਨਾਲ ਜਿਹੜਾ ਸੀ ਪ੍ਰਕਿਰਤੀ ਦਾ ਜਿਹੜਾ ਖੇਲ ਸੀ, ਪਾਣੀ ਜ਼ਮੀਨ 'ਚ ਜਾਂਦਾ ਸੀ, ਸੇਮ ਆਉਂਦੀ ਸੀ, ਉਹ ਸਾਰੀ ਖਤਮ ਹੋ ਗਈ। ਜੀ ਜੀ। ਮੇਰੀ ਰਾਏ ਇਹ ਸੀ ਵੀ ਜੇਕਰ ਕਿ ਤੁਸੀਂ ਦੇਖੋ ਪਹਿਲਾਂ ਇੰਨੇ ਸਮੇਂ ਦੇ ਉੱਤੋਂ ਕੇਵਲ ਬਰਸਾਤ ਨਾਲ ਹੀ ਖੇਤੀਬਾੜੀ ਹੁੰਦੀ ਸੀ। ਜੀ ਜੀ। ਲੋਕੀ ਬੜੇ ਆਰਾਮ ਨਾਲ ਪੈਦਾ ਕਰਦੇ, ਫਸਲ ਖਾਂਦੇ ਪੀਂਦੇ। ਜੇ 5-7 ਸਾਲ ਬਾਅਦ ਇੱਕ ਫਸਲ ਸੁੱਕ ਵੀ ਜਾਂਦੀ ਤਾਂ ਕੋਈ ਗੱਲ ਨਹੀਂ ਸੀ। ਪਰ ਹੁਣ ਤਾਂ ਹਰ ਫਸਲ ਜਿਹੜੀ ਸੁੱਕ ਰਹੀ ਹੈ, ਹਰ ਫਸਲ ਸੁੱਕ ਰਹੀ ਆ, ਔਰ ਨਾਲ ਸਾਡੇ 'ਚ ਬੇਚੈਨੀ ਵੀ ਉਨੀ ਵੱਧ ਰਹੀ ਆ ਦਿਨੋਂ ਦਿਨ, ਵੱਧ ਗਈ ਹੈ ਨਾ। ਅੱਗੇ 2 ਫਸਲਾਂ ਲਾਉਂਦੇ ਹੁਣ 4-4, 5-5 ਫਸਲਾਂ ਅਸੀਂ ਜ਼ਮੀਨ 'ਚ ਉਗਾ ਰਹੇ ਹਾਂ, ਔਰ ਫਰਟੀਲਾਈਜ਼ਰ ਉਹਨੂੰ ਇੰਨਾ ਜ਼ਬਰਦਸਤੀ ਪਾ ਰਹੇ ਹਾਂ, ਅਤੇ ਉਹ ਸਾਰਾ ਕੁਝ, ਸਾਰੇ ਕੈਮੀਕਲ, ਸਾਰੀਆਂ ਖਾਦਾਂ, ਇਹ ਕੈਮੀਕਲ, ਇਹ ਫਰਟੀਲਾਈਜ਼ਰ, ਇਹ ਸਾਰੇ ਹਵਾ ਨੂੰ, ਪਾਣੀ ਨੂੰ, ਧਰਤੀ ਨੂੰ ਦੂਸ਼ਿਤ ਕਰ ਰਹੇ, ਔਰ ਸਾਡੇ ਸਰੀਰ ਨੂੰ ਵੀ ਨਾਲ। ਅਤੇ ਉਹ ਕਿਉਂਕਿ ਸਰੀਰ ਤਾਂ ਦੂਸ਼ਿਤ ਹੋਣਾ ਹੀ ਹੈ। ਹਵਾ ਅਸੀਂ ਧਰਤੀ ਤੋਂ ਧਰਤੀ ਉੱਤੇ ਲੈਣੀ ਹੈ, ਜੀ ਜੀ। ਪਾਣੀ ਅਸੀਂ ਧਰਤੀ 'ਚੋਂ ਲੈਣਾ, ਜੀ। ਫਿਰ ਅਸੀਂ ਜਿਹੜੀ ਹੈਗੀ ਹੈ ਆਪਣੇ ਜ਼ਮੀਨ ਤੋਂ ਜਿਹੜੀ ਸਾਡੀ ਪੈਦਾ ਹੋ ਰਹੀਆਂ ਵਸਤੂਆਂ ਇਹ ਤੋਂ ਲੈਣੀਆਂ। ਜੀ ਜੀ। ਜੇ ਉਹੀ ਦੂਸ਼ਿਤ ਨੇ ਤਾਂ ਸਾਡਾ ਸਰੀਰ ਕਿੱਦਾਂ ਨਹੀਂ ਦੂਸ਼ਿਤ ਹੋਏਗਾ। ਤਾਂ ਮੈਂ ਸਮਝਦਾ ਵੀ ਪ੍ਰਕਿਰਤੀ ਨੇ ਸ਼ਾਇਦ ਇੱਕ ਚਪੇੜ ਮਾਰੀ ਹੈ ਮਨੁੱਖਤਾ ਦੇ ਮੂੰਹ 'ਤੇ ਵੀ ਤੂੰ ਤਾਂ ਬਹੁਤ ਕੁਛ ਕਰ ਸਕਦਾ, ਜੀ, ਪਰ ਮੈਂ ਜੇ ਚਾਹਾਂ ਤਾਂ ਤੇਰਾ ਮੈਂ ਇੱਕ ਖਿੰਡ ਵਿੱਚ ਰੋਕ ਸਕਦਾ। ਗੁਰੂ ਗ੍ਰੰਥ ਸਾਹਿਬ ਦਾ ਇੱਕ ਬਾਗ ਹੈ, ਜਲ ਤੇ ਥਰ ਕਰ ਥਾਲ ਤੇ ਕੂਆ ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਤੇ ਚੜੇ ਆਕਾਸ਼ ਗਿਰਾਵੇ, ਖਲ ਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਦਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ,
ਤੇ ਸਮੂਰਤ ਬਣਾ ਰਹੀ। ਸਮੂਰਤ ਇਹ ਈਸ਼ਵਰ ਦਾ ਇੱਕ ਖੇਲ ਹੈ ਜਿਹੜਾ ਕਰੋਨਾ ਵਾਇਰਸ ਆ ਇੱਕ ਵਾਇਰਸ ਕਹਿ ਕੇ ਆਇਆ ਪ੍ਰਕਿਰਤੀ ਦੇ ਆਮ ਲੋਕਾਂ ਦੀ ਦੁਨੀਆ 'ਚ। ਉਹਨੇ ਸਾਰੇ ਦੁਨੀਆ ਦੀ ਨਾ ਜਿੰਨਾ ਵੀ ਐਕਟੀਵਿਟੀ ਸਾਰੀ ਤਹਿਸ਼ ਨਹਿਸ਼ ਕਰਕੇ ਰੱਖਦੀ। ਵੈਸੇ ਸਾਨੂੰ ਇਹਦੇ ਤੋਂ ਸੇਧ ਇਹ ਲੈਣੀ ਚਾਹੀਦੀ ਹੈ ਜੀ ਬਈ ਜਿੱਦਾਂ ਜਿੱਦਾਂ ਮਨੁੱਖ ਪਦਾਰਥਵਾਦੀ ਪਾਸੇ ਨੂੰ ਸੋਚ ਦੌੜ ਰਿਹਾ, ਦਿਨੋਂ ਦਿਨ ਦੌੜ ਰਿਹਾ ਜੀ, ਕਿ ਥੋੜ੍ਹਾ ਸਮਾਂ ਹੁਣ ਅਸੀਂ ਕੋਈ 70 ਦਿਨ 75 ਦਿਨ ਅਸੀਂ ਘਰਾਂ 'ਚ ਬੈਠੇ ਹਾਂ। ਜੇ ਅਸੀਂ ਸਾਰੇ ਜਾਣੇ ਸੋਚੀਏ ਵੀ ਹਰ ਬੰਦਾ, ਅਸੀਂ ਆਮ ਤੌਰ ਦੇ ਉੱਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ, ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ, ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ, ਅਸੀਂ ਆਪ ਕੁਛ ਨਹੀਂ ਕਰਦੇ। ਜਿੱਦਾਂ ਕਬੀਰ ਸਾਹਿਬ ਕਹਿੰਦੇ ਨਾ, ਆਪ ਨਾ ਦੇ ਚੁਰੂ ਭਰ ਪਾਣੀ ਤੈ ਨਿੰਦਿਆ ਜੈ ਗੰਗਾ ਆਨੀ। ਕੁਛ ਮਨੁੱਖੀ ਸੁਭਾਅ ਐਸਾ ਹੈ ਵੀ ਮਨੁੱਖ ਚੰਗਾ ਕੰਮ ਕੀਤਾ ਕਹਿੰਦਾ ਮੈਂ ਕੀਤਾ ਜੀ, ਮਾੜਾ ਹੋਇਆ ਤੇ ਦੂਜੇ ਦੇ ਸਿਰ ਮੜ ਦਿੰਦਾ। ਜੀ ਜੀ ਮਨੁੱਖ ਆਪ ਕੁਝ ਕਰਨਾ ਨਹੀਂ ਚਾਹੁੰਦਾ, ਦੂਸਰੇ ਨੂੰ ਇਹ ਦੂਸ਼ਣਬਾਜ਼ੀ ਕਰਦਾ। ਜੀ ਜੀ ਪ੍ਰਕਿਰਤੀ ਨੇ ਦੂਸ਼ਣਬਾਜ਼ੀ ਕਰਨ ਵਾਲਾ ਵੀ ਤੇ ਜਿਹਦੇ ਤੇ ਕੀਤੀ ਜਾਂਦੀ ਐ ਇੱਕ ਪਲੇਟਫਾਰਮ ਤੇ ਲੈ ਕੇ ਖੜੇ ਕਰ ਸਾਰਿਆਂ ਨੂੰ ਬੈਲੈਂਸ ਕਰ ਦਿੱਤਾ। ਕਰਦਾ। ਹਾਂਜੀ, ਬਲ ਵਾਲਾ ਵੀ ਉੱਥੇ ਰਹਿ ਗਿਆ, ਕਮਜ਼ੋਰ ਵੀ ਉੱਥੇ ਰਹਿ ਗਿਆ, ਗਰੀਬ ਵੀ ਉੱਥੇ ਰਹਿ ਗਿਆ, ਵੀਰ ਵੀ ਰਹਿ ਗਿਆ। ਸਾਰਿਆਂ ਨੂੰ ਐ ਨਾ ਚੁੱਪਚਾਪ ਘਰਾਂ 'ਚ ਕੈਦ ਕਰਕੇ ਬਿਠਾਤਾ। ਪਰ ਇੱਕ ਗੱਲ ਹੋਈ, ਜੀ ਪ੍ਰਕਿਰਤੀ ਦੇ ਜੀਵ ਆਜ਼ਾਦ ਹੋ ਗਏ। ਬਿਲਕੁਲ। ਮੋਰ, ਤਿੱਤਰ, ਕਬੂਤਰ ਆ ਸਾਡੇ ਵਿਹੜੇ 'ਚ ਤੁਰੇ ਫਿਰੇ, ਜੀ ਜੀ ਉਹ ਬੜੇ ਆਜ਼ਾਦੀ ਨਾਲ ਤੁਰ ਫਿਰੇ। ਔਰ ਜਾਨਵਰ ਜਿਹੜੇ ਸੀ ਸੜਕਾਂ ਦੇ ਮੂੰਹ ਦਾ ਸਾਰੇ ਫਿਰਨੇ ਸ਼ੁਰੂ ਹੋ ਗਏ। ਬੰਦੇ ਦੀ ਜ਼ਬਾਨ ਬੰਦ ਹੋ ਗਈ, ਬੰਦੇ ਦੀਆਂ ਐਕਟੀਵਿਟੀਜ਼ ਬੰਦ ਹੋ ਗਈਆਂ, ਪੰਛੀਆਂ ਦੀਆਂ, ਜਾਨਵਰਾਂ ਦੀਆਂ। ਕਿਆ ਕਮਾਲ, ਸਾਰੀ ਆਜ਼ਾਦ ਹੋਏ, ਆਪਣੇ ਗੀਤ ਗਾ ਰਹੇ ਆ ਬਹੁਤ। ਮੈਂ ਇਹ ਸੋਚਿਆ ਵੀ ਇਸ ਬੰਦੇ ਦੀ ਜਿਹੜੀ ਓਵਰ ਕੌਨਫੀਡੈਂਸ ਹੈ ਔਰ ਓਵਰ ਜਿਹੜਾ ਇਹਨੇ ਰਾਜ ਕਰਨਾ ਸ਼ੁਰੂ ਕੀਤਾ ਪ੍ਰਕਿਰਤੀ 'ਤੇ, ਉਹਦੇ ਨਾਲ ਪ੍ਰਕਿਰਤੀ ਦੇ ਜਾਨਵਰਾਂ ਦੀਆਂ ਵੀ ਆਵਾਜ਼ਾਂ ਬੰਦ ਕੀਤੀਆਂ ਸੀ। ਕਰੋਨਾ ਵਾਇਰਸ ਨੇ ਆਦਮੀ ਦੀ ਆਵਾਜ਼ ਬੰਦ ਕੀਤੀ, ਜਾਨਵਰਾਂ ਦੀਆਂ ਆਵਾਜ਼ਾਂ ਖੁੱਲ੍ਹੀਆਂ। ਜਾਨਵਰ, ਪ੍ਰਕਿਰਤੀ ਸਾਰਾ। ਹਾਂ, ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ, ਇਹਦੇ ਤੋਂ ਸੇਧ ਲੈਣੀ ਚਾਹੀਦੀ ਆ। ਇਹ ਜਦੋਂ ਵੀ ਲੋਕਡਾਊਨ ਸਾਰਾ ਕੁਝ ਨੋਰਮਲ ਹੋ ਗਿਆ ਤੇ ਅਸੀਂ ਫਿਰ ਉਸੇ ਭੱਜੋ ਦੌੜ ਦੇ ਵਿੱਚ, ਉਸੇ ਤਰ੍ਹਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਸ਼ੁਰੂਆਤ ਹੋ ਜਾਣੀ ਆ। ਸਾਡੇ ਕੰਮਕਾਰ ਸ਼ੁਰੂ ਹੋ ਵੀ ਗਏ ਤੇ ਆਉਣ ਵਾਲੇ ਟਾਈਮ 'ਚ ਹੋ ਵੀ ਜਾਣੇ ਆ। ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ, ਕਿਸੇ ਇੱਕ ਦਾ ਨਹੀਂ, ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਕੇ ਪ੍ਰਕਿਰਤੀ ਬਾਰੇ, ਕੁਦਰਤ ਬਾਰੇ ਸੋਚੀਏ। ਅਸੀਂ ਰੋਜ਼ ਧਰਤੀ ਨੂੰ, ਪਾਣੀ ਨੂੰ, ਹਵਾ ਨੂੰ, ਦਰਖਤਾਂ ਨੂੰ ਔਰ ਦਰਖਤਾਂ ਦੇ ਜਿਤਨੇ ਵੀ ਰਹਿਣ ਵਾਲੇ ਪੰਛੀ ਆ ਉਹਨਾਂ ਬਾਰੇ ਅਸੀਂ ਕੋਈ ਵਿਚਾਰ ਨਹੀਂ ਕਰਦਾ। ਸਿਰਫ ਤੇ ਸਿਰਫ ਮਨੁੱਖ ਇੰਨਾ ਸੈਲਫਿਸ਼ ਹੋ ਗਿਆ ਕਿ ਇਹ ਸਿਰਫ ਤੇ ਸਿਰਫ ਆਪਣੇ ਤੱਕ ਹੀ ਸੀਮਤ ਆ, ਆਪਣੇ ਬਾਰੇ ਸੋਚ ਰਿਹਾ। ਅਤੇ ਜੇ ਅਸੀਂ ਸਾਰਾ ਸੋਚੀਏ ਵੀ ਥੋੜ੍ਹਾ ਟਾਈਮ ਆਪਣੇ ਜੀਵਨ 'ਚੋਂ ਹਵਾ ਵਾਸਤੇ, ਹਵਾ ਕਿਵੇਂ ਸਾਫ਼ ਹੋ ਸਕਦੀ ਹੈ, ਦਰਖਤ ਲਾਈਏ, ਪਾਣੀ ਨੂੰ ਹੋਰ ਕਿਵੇਂ ਵਧੀਆ ਕਰ ਸਕਦੇ ਹਾਂ। ਜਿਹੜੀ ਧਰਤੀ ਮਾਤਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਉਹਨੂੰ ਅਸੀਂ ਦਿਨੋਂ ਦਿਨ ਮੈਲਾ ਕਰੀ ਜਾ ਰਹੇ ਹਾਂ, ਦਿਨੋਂ ਦਿਨ ਗੰਧਲਾ ਕਰੀ ਜਾ ਰਹੇ ਹਾਂ, ਉਹਨੂੰ ਅਸੀਂ ਕਿਵੇਂ ਸਾਫ਼ ਕਰ ਸਕਦੇ ਹਾਂ। ਔਰ ਜਿਵੇਂ ਵਿਦੇਸ਼ਾਂ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਮੈਂ ਵੀ ਉੱਥੇ ਵੇਖਿਆ ਔਰ ਲੋਕ ਦਰਖਤਾਂ ਨੂੰ ਕੱਟਦੇ ਨਹੀਂ। ਅਤੇ ਜੇ ਉਹ ਇੱਕ ਦਰਖਤ ਕੱਟਣਾ ਹੋਵੇ ਤਾਂ ਉਹਦੀ ਜਗ੍ਹਾ 'ਤੇ ਉਹਨਾਂ ਨੂੰ 2 ਜਾਂ 3 ਦਰਖਤ ਲਾਉਣੇ ਪੈਂਦੇ, ਨਹੀਂ ਤਾਂ ਬਹੁਤ ਵੱਡਾ ਜੁਰਮਾਨਾ ਪਾਇਆ ਜਾਂਦਾ। ਪਰ ਸਾਡੇ ਹਿੰਦੁਸਤਾਨ ਦੇ ਉੱਤੇ ਅਸੀਂ ਇਹ ਸਾਰੀਆਂ ਚੀਜ਼ਾਂ ਤੋਂ ਪਰੇ ਹਾਂ, ਕਿਉਂਕਿ ਅਸੀਂ ਕਹਿ ਦਿੰਦੇ ਹਾਂ ਅਸੀਂ ਕੀ ਲੈਣਾ, ਅਸੀਂ ਬਿਸਲਰੀ ਦੀ ਬੋਤਲ ਲੈ ਕੇ ਪਾਣੀ ਪੀ ਲਵਾਂਗੇ, ਸਾਨੂੰ ਕੀ ਪਾਣੀ ਖਰਾਬ ਹੁੰਦਾ ਹੋਈ ਜਾਵੇ। ਪਰ ਅਸੀਂ ਸਾਰੇ ਜਾਣੇ ਇਹਨਾਂ ਚੀਜ਼ਾਂ ਬਾਰੇ ਸਮਾਂ ਦਈਏ, ਗੌਰ ਕਰੀਏ, ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਕੱਲ੍ਹ ਹੈ, ਆਉਣ ਵਾਲੀਆਂ ਜਨਰੇਸ਼ਨ ਨੇ, ਆਉਣ ਵਾਲੀਆਂ ਪੀੜ੍ਹੀਆਂ ਨੇ, ਉਹ ਸਾਨੂੰ ਇਹ ਜਵਾਬ ਮੰਗਣਗੀਆਂ ਵੀ ਤੁਸੀਂ ਆਉਣ ਵਾਲੀਆਂ ਜਨਰੇਸ਼ਨਾਂ ਲਈ, ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡਿਆ ਔਰ ਕੀ ਕੀਤਾ। ਇਹ ਸਾਡੇ ਲਈ ਇੱਕ ਬਹੁਤ ਵੱਡਾ ਸਵਾਲ ਹੈ। ਮੈਂ ਅੰਤ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ ਜੀ ਵੀ ਇਸ ਵੇਲੇ ਜਿੰਨੇ ਧਰਮ ਨੇ, ਚਲੋ ਆਪਣੇ ਆਪਣੇ ਥਾਂ ਸਾਰੇ ਠੀਕ ਨੇ ਜੀ, ਪਰੰਤੂ ਸਿੱਖ ਧਰਮ, ਚਾਹੇ ਉਹ ਕਹਿ ਲਈਏ ਜਿਹੜਾ ਗੁਰਮਤਿ ਹੈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬਾਣੀ ਹੈ ਜੀ, ਉਹ ਇਸ ਮਨੁੱਖਤਾ ਲਈ ਬਹੁਤ ਵੱਡੀ ਰਾਹਤ ਦੇਣ ਵਾਲੀ ਇੱਕ ਸੰਜੀਵਨੀ। ਜੀ ਜੀ ਮਨੁੱਖ ਕਿਵੇਂ ਸਬਰ 'ਚ ਰਵੇ, ਸੰਤੋਖ 'ਚ ਰਵੇ, ਸੋਚ 'ਚ ਰਵੇ, ਸੰਜਮ 'ਚ ਰਵੇ, ਦਇਆ 'ਚ ਰਵੇ, ਧਰਮ 'ਚ ਰਵੇ, ਕਿਵੇਂ ਨਿਯਮਾਂ ਦੀ ਪਾਲਣਾ ਕਰੇ, ਜੀ, ਖਾਣ ਪੀਣ ਦੇ ਪਾਲਣਾ ਕਰੇ, ਘੋੜਸਵਾਰੀ ਦੀ ਪਾਲਣਾ ਕਰੇ, ਸੌਣ ਦੀ ਪਾਲਣਾ ਕਰੇ। ਸਾਰੇ ਨਿਯਮ ਗੁਰਬਾਣੀ 'ਚ ਦੱਸੇ ਗਏ ਨੇ। ਜੀ ਜੀ ਅੱਜ ਅਸੀਂ ਗੁਰਬਾਣੀ ਨੂੰ ਕੇਵਲ ਪੜ੍ਹਦੇ ਹਾਂ ਇੱਕ ਆਪਣਾ ਰੋਜੀ ਰੋਟੀ ਦਾ ਕਿੱਤਾ ਸਮਝ ਕੇ, ਜੀ, ਪਰ ਜੇ ਅਸੀਂ ਗੁਰਬਾਣੀ ਨੂੰ ਡੀਪਲੀ ਸਟੱਡੀ ਕਰੀਏ ਤਾਂ ਇਹਦੇ 'ਚੋਂ ਗੁਰਸਿੱਖ, ਗੁਰਮੁਖ, ਸਾਧੂ, ਸੰਤ, ਬ੍ਰਹਮ ਗਿਆਨੀ ਉਹ ਇਹਦੇ ਦੁਆਰਾ ਪੈਦਾ ਹੋ ਸਕਦੇ ਨੇ। ਜੇ ਅੱਜ 10% ਵੀ ਪੈਦਾ ਹੋ ਜਾਣ
ਤੇ ਮੈਂ ਕਹਿੰਦਾ ਬਹੁਤ ਵੱਡੀ ਮਨੁੱਖਤਾ ਦਾ ਕਲਿਆਣ ਹੋ ਸਕਦਾ, ਭਲਾ ਹੋ ਸਕਦਾ। ਜੀ ਜੀ। ਪਰ ਇਧਰ ਸਾਡਾ ਅਸੀਂ ਮਨੀ ਮਾਈਂਡਡ ਹੋ ਗਏ ਹਾਂ, ਹਰ ਚੀਜ਼ ਨੂੰ ਅਸੀਂ ਪੈਸੇ ਨਾਲ ਤੋਲਣ ਲੱਗ ਗਏ ਹਾਂ। ਮਾਂ ਪੇ ਭੈਣ ਭਾਈ ਦਾ ਪਿਆਰ ਵੀ ਤੁਕੜੀ ਨਾਲ ਤੋਲਣ ਲੱਗ ਗਏ ਹਾਂ ਪੈਸੇ ਵਾਲੀ 'ਚ। ਪਰ ਉਹ ਜਿਹੜਾ ਗੁਰੂ ਨਾਨਕ ਦਾ ਸੋਚ ਸੀ, ਗੁਰੂ ਨਾਨਕ ਦਾ ਜਿਹੜਾ ਪਰਿਵਾਰ ਸੀ, ਗੁਰੂ ਨਾਨਕ ਦਾ ਜਿਹੜੀ ਸਾਨੂੰ ਕੰਟਰੀਬਿਊਸ਼ਨ ਦਿੱਤੀ ਹੈ ਉਹਨਾਂ ਨੇ, ਉਹ ਬੇਮਿਸਾਲ ਹੈ। ਅਗਰ ਉੱਤੇ ਚੱਲਿਆ ਜਾਵੇ, ਉਹਨੂੰ ਵਿਚਾਰਿਆ ਜਾਵੇ, ਤਾਂ ਮੇਰਾ ਖਿਆਲ ਹੈ ਕਈ ਕੋਵਿਡ ਆਉਣਗੇ ਚਲੇ ਜਾਣਗੇ, ਪਰ ਇਹ ਗੁਰੂ ਕਾ ਸਿੱਖ ਜਿਹੜਾ ਇਹ ਆਪਣੇ ਆਪ 'ਚ ਜੀ ਕਾਇਮ ਰਹੇਗਾ, ਚੜ੍ਹਦੀ ਕਲਾ 'ਚ ਰਹੇਗਾ। ਇਹਦੇ ਨਾਲ ਹੀ ਮੈਂ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਦੇ ਕੋਲੋਂ ਇਜਾਜ਼ਤ ਮੰਗਦਾ, ਕਿਉਂਕਿ ਸਮੇਂ ਦੀ ਸੀਮਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਿਰੰਤਰ ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖਣ ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਕਰਦੇ ਰਹਾਂਗੇ। ਜਿਵੇਂ ਸਾਡੇ ਕੋਲ ਬਹੁਤ ਸਾਰਾ ਸਮੁੰਦਰ ਹੈ ਗੁਰਬਾਣੀ ਦਾ, ਬਹੁਤ ਸਾਰੇ ਸਾਡੇ ਕੋਲ ਸਬਜੈਕਟ ਨੇ। ਅੱਜ ਅਸੀਂ ਕੇਵਲ ਤੇ ਕੇਵਲ ਜੋ ਕਿਸੇ ਦੀ ਨਿੰਦਿਆ, ਆਲੋਚਨਾ, ਕਿਸੇ ਨੂੰ ਮਾੜਾ ਕਹਿਣਾ, ਇਹੀ ਸਾਡੇ ਪ੍ਰਚਾਰ ਦੇ ਵਿੱਚ ਰਹਿ ਗਿਆ। ਔਰ ਗੁਰੂ ਨਾਨਕ ਦੇ ਘਰ ਐਸਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਉਸਤਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਬਹੁਤ ਵੱਡੀ ਸਿਫਤ ਸਲਾਹ ਹੈ, ਅਤੇ ਅਸੀਂ ਉਸ ਚੀਜ਼ ਤੋਂ ਵਾਂਝੇ ਹੋ ਕੇ ਕੋਈ ਕਿਸੇ ਨੂੰ ਮਾੜਾ ਕਹੀ ਜਾ ਰਿਹਾ, ਕੋਈ ਕਿਸੇ ਨੂੰ ਮਾੜਾ ਕਹੀ ਜਾ ਰਿਹਾ। ਔਰ ਅਸੀਂ ਇਹ ਸਾਰਿਆਂ ਨੇ ਮਿਲ ਕੇ, ਜਿੰਨੇ ਵੀ ਇਸ ਚੈਨਲ ਨੂੰ ਚਲਾਉਣ ਵਾਲੇ ਸਾਰਿਆਂ ਨੇ ਇਹ ਵਿਚਾਰ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅਸੀਂ ਸਾਰੀਆਂ ਸੰਗਤਾਂ ਦੇ ਸਨਮੁਖ ਰੱਖਾਂਗੇ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੰਤ ਮਹਾਰਾਜ ਦਾ ਬਹੁਤ ਬਹੁਤ ਵਿਸ਼ੇਸ਼ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।